ਜੀ ਆਇਆਂ ਨੂੰ ਜੀ। ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਤੇ ਪ੍ਰੋਗਰਾਮ ਦੇਸੀ ਗੱਲਾਂ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਆਰ ਸਿੱਧੂ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਭੈਣ ਕੀਮਤ ਢਿੱਲੋਂ। ਸਤਿ ਸ੍ਰੀ ਅਕਾਲ ਜੀ। ਬੜੇ ਪ੍ਰੋਗਰਾਮ ਬਾਰੇ ਜ਼ਰੂਰ ਸਾਂਝ ਪਾਓ। ਵੇਖੋ ਅਰਚ ਕਈ ਵਾਰ ਆਪਾਂ ਐ ਹੁੰਦਾ ਵੀ ਬਹੁਤ ਜ਼ਿਆਦਾ ਪੜ੍ਹ ਲਿਖ ਲੈਂਦੇ ਆ ਹਨਾ, ਤੇ ਆਪਾਂ ਨੂੰ ਐ ਹੁੰਦਾ ਵੀ ਜੇ ਸਾਨੂੰ ਕੋਈ ਨੌਕਰੀ ਮਿਲੂ ਤਾਂ ਅਸੀਂ ਫੇਰ ਹੀ ਕੰਮ ਕਰਾਂਗੇ ਹਨਾ। ਵੀ ਜੇ ਸਾਨੂੰ ਨੌਕਰੀ ਨਹੀਂ ਮਿਲਦੀ ਤੇ ਆਪਣੇ ਕੋਲ ਹੋਰ ਕੰਮ ਵੀ ਬਹੁਤ ਹੁੰਦੇ ਆ, ਹੋਰ ਵੀ ਸਾਧਨ ਬਹੁਤ ਹੁੰਦੇ ਆ ਵੀ ਜਿਹਦੇ ਨਾਲ ਆਪਾਂ ਆਪਦਾ ਕੰਮ ਚਲਾ ਸਕਦੇ ਹਾਂ। ਸਭ ਤੋਂ ਪਹਿਲਾਂ ਭੈਣੇ ਮੈਨੂੰ ਲੱਗਦਾ ਹਨਾ ਵੀ ਜਦੋਂ ਆਪਾਂ ਪੜ੍ਹਨ ਲਿਖਣ ਲੱਗਦੇ ਆ ਤਾਂ ਆਪਣੀ ਸੋਚ ਇਹੀ ਹੁੰਦੀ ਆ ਹਨਾ, ਆਪਣੇ ਪੇਰੈਂਟਸ ਵੀ ਇਹੀ ਸੋਚਦੇ ਹੁੰਦੇ ਆ, ਆਪਣੇ ਮਾਂ-ਬਾਪ ਹਨਾ ਉਹ ਇਹੀ ਸੋਚਦੇ ਹੁੰਦੇ ਆ ਵੀ ਸਾਡਾ ਬੱਚਾ ਜਿਹੜਾ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਹਨਾ, ਕਿਸੇ ਵੱਡੀ ਨੌਕਰੀ ਤੇ ਲੱਗੇ ਹਨਾ, ਜਾਂ ਕਿ ਉਹਦਾ ਆਪਦਾ ਬਿਜ਼ਨਸ ਹੋਵੇ, ਉਹ ਵਧੀਆ ਕਮਾਈ ਕਰੇ ਹਨਾ, ਚਾਰ ਲੋਕ ਉਹਦੇ ਨਾਲ ਆ ਕੇ ਜੁੜਨ। ਚੰਗੀ ਸੋਚ ਆ, ਪਰ ਕਈ ਵਾਰੀ ਕੀ ਹੁੰਦਾ ਨਾ ਵੀ ਆਪਾਂ ਉਹ ਲਾਈਨ ਹੀ ਗਲਤ ਚੂਜ਼ ਕਰ ਲੈਂਦੇ ਆ। ਅੱਜ ਕੱਲ ਮੈਨੂੰ ਲੱਗਦਾ ਨਾ ਬੰਦੇ ਨੂੰ ਵਧਣ ਵਾਸਤੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੌਕਰੀ ਕਰਕੇ ਗਾਂਹ ਵੱਧ ਸਕਦੇ ਆ, ਨੌਕਰੀ ਤੋਂ ਹੀ ਪੈਸਾ ਆ ਸਕਦਾ। ਪੈਸਾ ਆਪਾਂ ਹੋਰ ਵੀ ਬਹੁਤ ਸਾਰੇ ਕਾਰੋਬਾਰਾਂ 'ਚ ਚਲਾ ਸਕਦੇ ਆ ਹਨਾ। ਜਿਵੇਂ ਹੁਣ ਤੁਸੀਂ ਦੇਖੋ ਵੀ ਆਪਾਂ ਇੱਕ ਲਾਈਨ ਗਲਤ ਚੂਜ਼ ਕਰ ਲਈ, ਆਪਾਂ ਮੰਨ ਲਿਆ ਵੀ ਆਪਾਂ ਟੀਚਰ ਹੀ ਬਣਨਾ ਹਨਾ, ਆਪਾਂ ਹੋ ਸਕਦਾ ਆਪਣੇ ਦੇ ਵਿੱਚ ਉਹ ਟੈਲੈਂਟ ਹੀ ਨਾ ਹੋਵੇ, ਜਿਹੜਾ ਟੈਲੈਂਟ ਆਪਣੇ ਵਿੱਚ ਹੈਗਾ ਉਹਨੂੰ ਆਪਾਂ ਪਿੱਛੇ ਛੱਡੀ ਜਾਂਦੇ ਆ, ਉਹ ਆਪਾਂ ਨੂੰ ਪਹਿਚਾਣ ਹੀ ਨਹੀਂ ਆ ਰਹੀ ਵੀ ਆਪਣਾ ਅਸਲ ਆਪਣੀ ਚ ਕਲਾ ਹੈ ਕਿਹੜੀ, ਵੀ ਆਪਾਂ ਕੀ ਕਰ ਸਕਦੇ ਹਾਂ ਕੀ ਨਹੀਂ ਹਨਾ ਜੀ। ਇਹ ਜਿਹੀਆਂ ਚੀਜ਼ਾਂ ਕਰਕੇ ਕੀ ਆ ਬੱਚੇ ਜਿਹੜੇ ਬਹੁਤ ਜ਼ਿਆਦਾ ਪਿੱਛੇ ਜਾ ਵੜਦੇ ਆ, ਆਪਦੇ ਟੈਲੈਂਟ ਨੂੰ ਪਿੱਛੇ ਧੱਕੀ ਜਾਂਦੇ ਆ ਹਨਾ, ਹੋਰ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿੰਦੇ ਆ। ਹੁਣ ਜਿਵੇਂ ਅੱਜ ਹੀ ਆਪਾਂ ਖਬਰ ਸੁਣ ਕੇ ਹਟੇ ਆ ਹਨਾ ਵੀ ਜਿਹੜੇ ਵਿਦਿਅਕ ਕੋਟਾ ਦੇ ਵਿੱਚ ਜਿਹੜੇ 2 ਬੱਚਿਆਂ ਨੇ ਖੁਦਕੁਸ਼ੀ ਕਰ ਲਈ। ਉਹਨਾਂ ਦਾ ਕਾਰਨ ਕੀ ਸੀਗਾ ਵੀ ਉਹਨਾਂ ਨੇ ਨੈਟ ਕਲੀਅਰ ਕਰਨਾ ਸੀਗਾ ਤੇ ਉਹਨਾਂ ਦਾ ਕੀ ਹੈ ਜਿਹੜੇ ਮਾਰਕਸ ਆ ਉਹ ਘਟਦੇ ਪਏ ਸੀਗੇ ਤੇ ਉਹ ਆਂਦੇ ਵੀ ਸਾਥੋਂ ਕਲੀਅਰ ਨਹੀਂ ਹੁੰਦਾ ਤੇ ਉਹਨਾਂ ਨੇ ਖੁਦਕੁਸ਼ੀ ਕਰ ਲਈ। ਦੇਖੋ ਖੁਦਕੁਸ਼ੀ ਕਰਨਾ ਮੈਨੂੰ ਲੱਗਦਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ, ਕੋਈ ਹੱਲ ਨਹੀਂ ਅਰਚ ਜੀ। ਆਪਾਂ ਆਪਦੀ ਆਪ ਮੌਤ ਕਰ ਲਾਂਗੇ ਤੇ ਇਹ ਤਾਂ ਕੋਈ ਹੱਲ ਤਾਂ ਨਿਕਲਦਾ ਨਹੀਂ ਹਨਾ ਜੀ। ਤੇ ਇਹਦੇ ਪਿੱਛੇ ਕਾਰਨ ਕੀ ਹੈ ਵੀ ਉਹਨਾਂ ਨੇ ਲਾਈਨ ਹੀ ਹੋ ਸਕਦਾ ਵੀ ਗਲਤ ਚੂਜ਼ ਕੀਤੀ ਹੋਵੇ ਹਨਾ, ਉਹਨਾਂ ਦਾ ਟੈਲੈਂਟ ਕੁਝ ਹੋਰ ਹੋਵੇ। ਅੱਜ ਕੱਲ ਨਾ ਭੈਣੇ ਜੇ ਆਪਾਂ ਕਿਸੇ ਨੂੰ ਪੁੱਛੀਏ, ਕੋਈ ਆਰਟਿਸਟ ਆ ਮੰਨ ਲਓ ਹਨਾ, ਆਪਾਂ ਉਹਨਾਂ ਤੋਂ ਪੁੱਛੀਏ ਨਾ ਵੀ ਤੁਹਾਡਾ ਸਟਰਗਲ ਟਾਈਮ ਕੀ ਸੀ ਤੇ ਅੱਜ ਦੇ ਆਰਟਿਸਟ ਦਾ ਸਟਰਗਲ ਟਾਈਮ ਕੀ ਆ, ਤਾਂ ਅੱਜ ਦੇ ਬੱਚਿਆਂ ਵਾਸਤੇ ਉਹ ਹਮੇਸ਼ਾ ਹੀ ਕਹਿੰਦੇ ਵੀ ਇਹਨਾਂ ਦਾ ਤਾਂ ਟਾਈਮ ਹੀ ਬਹੁਤ ਈਜ਼ੀ ਹੈਗਾ ਹਨਾ, ਕਿਉਂਕਿ ਹਰ ਇੱਕ ਬੱਚੇ ਕੋਲ ਫੋਨ ਹੈ, ਹਰ ਇੱਕ ਬੱਚਾ ਕੀ ਆ ਹੋਰ ਬਹੁਤ ਸਾਰੇ ਕਾਰੋਬਾਰ ਹੈ ਨੌਕਰੀ ਤੋਂ ਇਲਾਵਾ। ਜਿਵੇਂ ਆਪਾਂ ਕਹਿ ਦਈਏ ਯੂਟਿਊਬਰ ਆ, ਹੁਣ 1 ਮਿੰਟ ਦੀ ਆਪਾਂ ਸੋਸ਼ਲ ਮੀਡੀਆ ਤੇ ਦੇਖ ਲਈਏ, ਇੰਸਟਾਗ੍ਰਾਮ ਤੇ ਲੋਕ 1 ਮਿੰਟ ਦੀ ਰੀਲ ਪਾ ਕੇ ਹਨਾ ਕਿੰਨੇ ਪੈਸੇ ਕਮਾਈ ਜਾਂਦੇ ਆ। ਫੇਸਬੁੱਕ ਆ ਗਿਆ ਹਨਾ, ਯੂਟਿਊਬ ਆ ਗਿਆ, ਹੋਰ ਬਹੁਤ ਸਾਰੀਆਂ ਇਦਾਂ ਦੀਆਂ ਸਾਈਟਾਂ ਹੈਗੀਆਂ ਜਿਨ੍ਹਾਂ ਤੋਂ ਆਪਾਂ ਨੂੰ ਪੈਸਾ ਆਉਂਦਾ ਹੈ। ਅੱਗੇ ਤੇ ਵੇਖੋ ਅਰਚ ਇਹ ਜਾਂ ਕੁਝ ਵੀ ਨਹੀਂ ਹੁੰਦਾ ਸੀਗਾ ਹਨਾ, ਵੀ ਕਿਸੇ ਨੂੰ ਕੀ ਪਤਾ ਲੱਗਦਾ ਹੁੰਦਾ ਸੀ ਵੀ ਇਹਦੇ ਵਿੱਚ ਕੀ ਕਲਾ ਹੈਗੀ ਤੇ ਕੀ ਨਹੀਂ। ਹਾਂ, ਤੇ ਜੇ ਇਹੀ ਗੱਲ ਪੈਣੀ ਆਪਾਂ ਕਿਸੇ ਆਰਟਿਸਟ ਤੋਂ ਪੁੱਛੀਏ ਨਾ ਤਾਂ ਉਹ ਹਮੇਸ਼ਾ ਆਪਾਂ ਨੂੰ ਇਹੀ ਦੱਸੂਗਾ ਵੀ ਜਿਹੜਾ ਸਾਡਾ ਟਾਈਮ ਸੀ ਉਹ ਬਹੁਤ ਔਖਾ ਸੀ, ਬਹੁਤ ਸਟਰਗਲ ਕੀਤੀ, ਕਿੱਥੋਂ ਲੈ ਕੇ ਉਹਨਾਂ ਨੇ ਕਿੱਥੋਂ ਤੱਕ ਆਉਣਾ ਸੀ, ਉਹਨਾਂ ਨੂੰ ਅੱਗੇ ਦਾ ਕੁਝ ਵੀ ਨਹੀਂ ਪਤਾ ਹੁੰਦਾ ਪ੍ਰੋਸੈਸ ਹਨਾ, ਵੀ ਸਟੈਪ ਬਾਏ ਸਟੈਪ ਉਹ ਵਧੀ ਗਏ ਤੇ ਅੱਗੇ ਹੋ ਗਏ ਜੀ। ਤੇ ਜਿਹੜੇ ਅੱਜ ਕੱਲ ਦੇ ਬੱਚੇ, ਹੁਣ ਤੁਸੀਂ ਦੇਖੋ ਆਪਾਂ 2 ਮਿੰਟ ਦਾ ਕੋਈ ਗਾਣਾ ਰਿਕਾਰਡ ਕਰਕੇ ਪਾਤਾ ਹਨਾ, ਜੇ ਉੱਤੇ ਵਧੀਆ ਲਾਈਕਸ ਆ ਗਏ ਆਪਾਂ ਕਹਿੰਦੇ ਵੀ ਚਲੋ ਆਪਣੀ ਆਵਾਜ਼ ਪਸੰਦ ਕਰੀ ਜਾਂਦੇ ਆ ਲੋਕ, ਤੇ ਆਪਾਂ ਘਰੇ ਬੈਠੇ ਆਪਾਂ ਕਹਿੰਦੇ ਵੀ ਚਲੋ ਗਾਣਾ ਰਿਕਾਰਡ ਕਰ ਦੋ ਤੇ ਪਾ ਦੋ ਹਨਾ, ਵੀ ਵਧੀਆ ਚੱਲੂਗਾ ਜਦੋਂ ਵਾਇਸ ਆਪਣੀ ਵਧੀਆ ਉਹਨਾਂ ਨੇ ਲਾਈਕ ਕੀਤੀ ਆ ਹਨਾ। ਤਾਂ ਅੱਜ ਕੱਲ ਦੇ ਬੱਚਿਆਂ ਵਾਸਤੇ ਉਹ ਹਮੇਸ਼ਾ ਹੀ ਕਹਿੰਦੇ ਵੀ ਅੱਜ ਕੱਲ ਦੇ ਆਰਟਿਸਟ ਵਾਸਤੇ ਉਹਨਾਂ ਦਾ ਟੈਲੈਂਟ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਆ ਗਿਆ, ਬੱਚਿਆਂ ਨੂੰ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ। ਹੁਣ ਤੁਸੀਂ ਇਹ ਮੰਨ ਲਓ ਵੀ ਬੱਚਿਆਂ ਦਾ ਟੈਲੈਂਟ ਦਿਖਾਉਣ ਦਾ ਜਿਹੜਾ ਤਰੀਕਾ ਉਹ ਵੀ ਵੱਖਰਾ ਹੁੰਦਾ ਹਨਾ, ਕਿਸੇ ਕੋਲ ਤਾਂ ਬਹੁਤਾ ਗਿਆਨ ਹੁੰਦਾ ਉਹਦਾ ਉਹ ਵੀ ਨਹੀਂ ਚੱਲਦਾ, ਤੇ ਕਿਸੇ ਕੋਲ ਕੁਝ ਵੀ ਨਹੀਂ ਹੁੰਦਾ ਹੈਗਾ ਉਹਦੀ ਉਹ ਗੱਲ ਵੀ ਚੱਲ ਜਾਂਦੀ ਆ ਹਨਾ। ਇਹ ਬੰਦੇ ਦੀ ਆਪਾਂ ਕਹਿ ਸਕਦੇ ਵੀ ਕਿਸਮਤ ਦੇ ਡਿਪੈਂਡ ਕਰਦਾ ਵੀ ਕਿੱਦਾਂ ਦਾ ਜਿਹੜਾ ਬੰਦਾ ਹੈਗਾ ਉਹਨੇ ਕਿੱਦਾਂ ਅੱਗੇ ਜਾਣਾ ਹੈਗਾ। ਜ਼ਰੂਰੀ ਨਹੀਂ ਵੀ ਆਪਾਂ ਨੌਕਰੀ ਖਾਤਰ ਹੀ ਪੜ੍ਹਦੇ ਹਾਂ, ਪੜ੍ਹ ਲਿਖਣ ਨਾਲ ਆਪਾਂ ਨੂੰ ਹੋਰ ਵੀ ਬਹੁਤ ਜ਼ਿਆਦਾ ਅਕਲ ਵੀ ਆਉਂਦੀ, ਆਪਾਂ ਨੂੰ ਗਿਆਨ ਵੀ ਮਿਲਦਾ ਹਨਾ, ਵੀ ਆਪਾਂ ਨੂੰ ਚੀਜ਼ ਦਾ ਵਰਤਣ ਦਾ ਵੀ ਪਤਾ ਲੱਗਦਾ ਪੜ੍ਹਾਈ ਕਰਨ ਕਰਕੇ ਵੀ ਆਹ ਚੀਜ਼ ਅਸੀਂ ਐਂ ਵਰਤਣੀ ਜਾਂ ਇੱਥੇ ਅਸੀਂ ਐਂ ਰਹਿਣਾ ਜਾਂ ਰਹਿਣਾ ਹਨਾ, ਬੋਲਣ ਚੱਲਣ ਦਾ ਵੀ ਆਪਾਂ ਨੂੰ ਬਹੁਤ ਪਤਾ ਲੱਗਦਾ। ਤੇ ਤੁਹਾਡੇ ਵਾਲੀ ਗੱਲ ਜੇ ਆਪਾਂ ਕੰਮ ਚਲਾਉਣਾ ਹੋਵੇ ਕੋਈ ਵੀ ਚਲਾ ਸਕਦੇ ਆ। ਇਹ ਸਾਡੇ ਮੇਰੇ ਵੇਖਣ ਦੀ ਗੱਲ ਆ, ਸਾਡੇ ਪਿੰਡ ਸੀ ਕੋਈ ਤੇ ਉਹ ਵਿਹਲੇ ਬੈਠੇ ਹੁੰਦੇ ਸੀ ਤੇ ਉਹਨਾਂ ਦਾ ਵੀ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਚੰਗੀ ਤਰ੍ਹਾਂ ਹਨਾ, ਤੇ ਉਹਨਾਂ ਨੇ ਕਿਹਾ ਚਲੋ ਆਪਾਂ ਵੀ ਦੁਕਾਨ ਕਰ ਲੈਨੇ ਨਿੱਕੀ ਜਿਹੀ ਵੀ, ਨਾਲੇ ਸਾਡਾ ਟਾਈਮ ਪਾਸ ਹੋ ਜਾਇਆ ਕਰੂ, ਨਾਲੇ ਅਸੀਂ ਬੈਠੇ ਰਿਹਾ ਕਰਾਂਗੇ, ਚਲੋ ਦੁਕਾਨ ਤੇ ਕੋਈ ਥੋੜਾ ਬਹੁਤਾ ਸੌਦਾ ਵਿਕ ਜਾ ਕਰੂ ਹਨਾ। ਤੇ ਉਹਨਾਂ ਨੇ ਉਹ ਦੁਕਾਨ ਖੋਲੀ, ਉਹਨਾਂ ਨੇ ਹੌਸਲਾ ਰੱਖਿਆ ਵੀ ਅਸੀਂ ਖੋਲਣੀ, ਉਹਨਾਂ ਨੇ ਸ਼ਰਮ ਨਹੀਂ ਮੰਨੀ ਇਸ ਗੱਲ 'ਚ ਵੀ ਅਸੀਂ ਦੁਕਾਨ ਨਹੀਂ ਖੋਲਣੀ ਹਨਾ। ਤੇ ਉਹ ਦੁਕਾਨ ਖੋਲੀ ਉਹਨਾਂ ਦੀ, ਉਹ ਦੁਕਾਨ ਉਹਨਾਂ ਲਈ ਇੰਨੀ ਲੱਕੀ ਬਣੀ। ਵੇਖੋ ਉਹਨਾਂ ਦੀ ਉਹ
ਦੁਕਾਨ ਚਲਦੀ ਬਹੁਤ ਵੱਡੀ ਹੋ ਗਈ, ਬਹੁਤ ਉਹਨਾਂ ਨੂੰ ਨਫਾ ਹੋਇਆ, ਉਹਨਾਂ ਨੇ ਨਾਲ ਲੱਗਦੀ ਜਗ੍ਹਾ ਵੀ ਲੈ ਲਈ, ਪਲਾਟ ਹੋਰ ਲੈ ਲਿਆ ਹਨਾ, ਤੇ ਉੱਥੇ ਉਹਨਾਂ ਨੇ ਅੱਜ ਬਹੁਤ ਵੱਡਾ ਸ਼ੋਰੂਮ ਬਣਾ ਲਿਆ ਹਨਾ। ਤੇ ਉਹ ਦੁਕਾਨ ਤੋਂ ਉਹਨਾਂ ਨੂੰ ਐ ਨਹੀਂ ਪਤਾ ਵੀ ਉਹਨਾਂ ਨੇ ਇੰਨਾ ਨਫਾ ਕਰਕੇ ਹੋਰ ਵੀ ਕੀ ਕੁਛ ਖਰੀਦਦੇ ਰੱਖਿਆ ਤੇ ਕਿੰਨਾ ਕੁਛ ਉਹਨਾਂ ਨੇ ਬਣਾ ਲਿਆ ਹਨਾ। ਤੇ ਕਈ ਵਾਰ ਆਪਾਂ ਸ਼ਰਮ ਹੀ ਮੰਨ ਲੈਂਦੇ ਆ ਵੀ ਅਸੀਂ ਇੰਨੇ ਪੜ੍ਹੇ ਲਿਖੇ ਆ ਵੀ ਅਸੀਂ ਇਹ ਦੁਕਾਨ ਨਹੀਂ ਕਰਨੀ, ਜਾਂ ਅਸੀਂ ਪੜ੍ਹ ਲਿਆ ਕੇ ਤਾਂ ਅਸੀਂ ਨੌਕਰੀ ਕਰਨੀ ਹਨਾ। ਵੀ ਸਾਨੂੰ ਪੜ੍ਹੇ ਲਿਖੇ ਜੇ ਸਾਨੂੰ ਪਤਾ ਹੋਵੇ ਤੇ ਆਪਾਂ ਕੋਈ ਵੀ ਕੰਮ ਚਲਾ ਲਈਏ ਤੇ ਕੰਮ ਆਪਣਾ ਹਰ ਇੱਕ ਚੱਲ ਸਕਦਾ। ਜਿਵੇਂ ਭੈਣੇ ਤੁਸੀਂ ਕਿਹਾ ਹਨਾ ਵੀ ਆਪਾਂ ਨੂੰ ਇੱਕ ਸ਼ਰਮ ਲੈ ਕੇ ਬਹਿ ਜਾਂਦੀ ਆ ਵੀ ਹਾਈ ਮੈਂ ਆਹ ਕੰਮ ਆਪਦੇ ਦੇਸ਼ 'ਚ ਨਹੀਂ ਕਰ ਸਕਦਾ ਹੈਗਾ ਹਨਾ। ਤੁਸੀਂ ਇਹ ਦੇਖੋ ਉਹੀ ਪੜ੍ਹਾਈ ਲਿਖਾਈ ਕਰਕੇ ਕਿੰਨੀਆਂ ਡਿਗਰੀਆਂ ਲੈ ਕੇ ਆਪਾਂ ਫਿਰ ਵੀ ਆਇਲਸ ਪਿੱਛੇ ਜਾ ਵੜਦੇ ਆ ਹਨਾ। ਆਇਲਸ ਕਰ ਲਓ ਤੇ ਫੋਰਨ ਕੰਟਰੀਜ਼ ਦੇ ਵਿੱਚ ਸੈੱਟ ਹੋ ਜਾਓ। ਹੁਣ ਉੱਥੇ ਵੀ ਕਰਨੀ ਤਾਂ ਆਪਾਂ ਉਹੀ ਮਜ਼ਦੂਰੀ ਹੈ, ਕੰਮ ਤਾਂ ਆਪਾਂ ਨੂੰ ਉੱਥੇ ਵੀ ਅਰਚ ਕਰਨਾ ਹੀ ਪੈਂਦਾ ਹਨਾ। ਉੱਥੇ ਆਪਾਂ ਥੋੜੀ ਜਿਹੀ ਇੰਨਾ ਵੀ ਬਾਹਰ ਜਾ ਕੇ ਸ਼ਰਮ ਘੱਟ ਮੰਨਦੇ ਵੀ ਅਸੀਂ ਆਹ ਕੰਮ ਕਰੀ ਜਾਂਦੇ ਤੇ ਸਾਨੂੰ ਕੋਈ ਕੁਛ ਕਵੇ ਨਾ ਹਨਾ। ਤੇ ਇੱਥੇ ਅਸੀਂ ਪੜ੍ਹੇ ਲਿਖੇ ਹੋ ਕੇ ਥੋੜਾ ਜਿਹਾ ਸਾਨੂੰ ਐ ਹੁੰਦਾ ਵੀ ਅਸੀਂ ਪੜ੍ਹੇ ਲਿਖੇ ਤੇ ਅਸੀਂ ਆਹ ਕੰਮ ਕਰਨਾ ਤੇ ਇਹ ਕਰਨਾ ਨਹੀਂ। ਹਾਂ ਉਹੀ ਗੱਲ ਹੈ ਨਾ ਭੈਣੇ, ਜਦੋਂ ਕੋਈ ਤੁਸੀਂ ਬਹੁਤ ਸਾਰੀਆਂ ਕੁੜੀਆਂ ਵੀ ਇਦਾਂ ਦੀਆਂ ਦੇਖੀਆਂ ਹੋਣਗੀਆਂ, ਬਹੁਤ ਸਾਰੇ ਮੁੰਡੇ ਵੀ ਇਦਾਂ ਦੇ ਦੇਖੇ ਹੋਣਗੇ ਜਿਹੜੇ ਫੋਰਨ ਕੰਟਰੀਜ਼ ਚੋਂ ਪੜ੍ਹਾਈ ਕਰਕੇ ਵਾਪਸ ਆ ਰਹੇ ਆ, ਵੀ ਉਧਰ ਵੀ ਉਹੀ ਆਈ ਚਲਾਈ ਚੱਲਦੀ ਹੈ ਤੇ ਇੱਧਰ ਵੀ ਉਹੀ ਆਈ ਚਲਾਈ ਚੱਲਦੀ ਹੈ, ਤੇ ਉਹ ਬੱਚੇ ਵਾਪਸ ਆ ਰਹੇ ਆ ਵੀ ਇਦੋਂ ਨਾਲ ਤਾਂ ਆਪਦੇ ਇੰਡੀਆ ਦੇ ਵਿੱਚ ਆਪਣਾ ਕੰਮ ਕਰੋ, ਆਪਦਾ ਕਾਰੋਬਾਰ ਤੋਰੋ ਤੇ ਵੀ ਅੱਛੇ ਪੈਸੇ ਆਉਂਦੇ ਆ ਹਨਾ। ਬਹੁਤ ਸਾਰੀਆਂ ਕੁੜੀਆਂ ਭੈਣੇ ਮੈਂ ਇਹੋ ਜਿਹੀਆਂ ਦੇਖੀਆਂ ਜਿਹੜੀਆਂ B.Ed M.Ed B.Com ਵਗੈਰਾ ਇੰਨੀ ਡਿਗਰੀਆਂ ਲੈ ਕੇ ਕੁੜੀਆਂ ਗੋਲ ਗੱਪਿਆਂ ਦੀ ਰੇਹੜੀ ਲਾਈ ਜਾਂਦੀਆਂ, ਤੇ ਉਹਨਾਂ ਦਾ ਕਹਿਣਾ ਵੀ ਇਹੀ ਆ ਵੀ ਇੰਨੇ ਪੈਸੇ ਸਾਨੂੰ ਹੋ ਸਕਦਾ ਵੀ ਜੌਬ ਕਰਦੇ ਹੋਏ ਨਾ ਮਿਲਣ ਜਿੰਨੇ ਪੈਸੇ ਅਸੀਂ ਇੱਕ ਰੇਹੜੀ ਲਾ ਕੇ ਕਮਾਈ ਜਾਂਦੇ ਆ ਹਨਾ। ਉਹ ਕੁੜੀਆਂ ਦਾ ਜੇਰਾ ਵੀ ਵੇਖੋ ਜਿਹੜੀ ਇੰਨੀ ਪੜ੍ਹਾਈ ਕਰਕੇ ਵੀ ਉਹ ਆਪਦੇ ਇੱਕ ਰੇਹੜੀ ਲਾਈ ਬੈਠੇ ਆ। ਦੇਖੋ ਫਿਰ ਉਹਨਾਂ ਨੇ ਉਸ ਟਾਈਮ ਅਰਚ ਵੀ ਉਹੀ ਗੱਲ ਵੀ ਸ਼ਰਮ ਨਾ ਮੰਨੀ ਹਨਾ, ਵੀ ਉਹਨਾਂ ਨੂੰ ਆਏ ਹੌਸਲਾ ਸੀ ਉਹਨਾਂ ਦੇ ਅੰਦਰ ਵੀ ਅਸੀਂ ਕੋਈ ਵੀ ਕੰਮ ਕਰੀਏ ਤੇ ਅਸੀਂ ਆਪਦਾ ਕੰਮ ਚਲਾਉਣਾ ਹਨਾ। ਵੀ ਜੇ ਉਹ ਨੌਕਰੀ ਦੇ ਝਾਕ 'ਚ ਬੈਠੀਆਂ ਰਹਿੰਦੀਆਂ ਹੋ ਸਕਦਾ ਨੌਕਰੀ ਕਿੰਨਾ ਟਾਈਮ ਨਾਲ ਮਿਲਦੀ ਤੇ ਉਹ ਫਿਰ ਬੈਠੀ ਸੀ ਘਰ। ਜੀ ਉਹੀ ਹੈ ਨਾ ਵੀ ਜ਼ਿੰਦਗੀ ਦੇ ਰੰਗ ਆ, ਅੱਜ ਹੋਰ ਆ ਤੇ ਕੱਲ ਨੂੰ ਹੋਰ ਆ ਹਨਾ। PR ਲੜਕੀ ਸੀ ਭੈਣੇ, PR ਸਾਰਾ ਪਰਿਵਾਰ ਹੀ ਉਹਨਾਂ ਦਾ PR ਆ। ਉਹ ਕੁੜੀ ਉਧਰੋਂ ਆਈ ਇੱਧਰ ਬਹਾਨੇ ਨਾਲ ਇਹ ਆਈ ਵੀ ਮੈਂ ਇੰਡੀਆ 'ਚ ਜਾ ਕੇ ਹਨਾ ਵੀ ਮੈਂ ਮਿਲਣ ਜਾਣਾ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਨੂੰ ਵੀ। ਤਾਂ ਉਹ ਕੁੜੀ ਨੇ ਇੱਧਰ ਆ ਕੇ ਨਾ ਆਪਦਾ ਇੱਕ ਢਾਬਾ ਖੋਲਿਆ। ਉਹ ਢਾਬੇ ਦੇ ਉੱਤੇ ਇੰਨੇ ਲੋਕ ਆਉਣ ਲੱਗ ਗਏ ਨਾ, ਕਿਉਂਕਿ ਉਹ ਲੋਕ ਵੇਖਦੇ ਸੀ ਵੀ ਕੁੜੀ ਫੋਰਨ ਚੋਂ ਆਈ ਆ ਹਨਾ। ਕਿੱਡੀ ਵੱਡੀ ਉਹਨਾਂ ਨੂੰ ਇਹ ਹੁੰਦਾ ਸੀਗਾ ਵੀ ਕਿੱਡੀ ਵੱਡੀ ਮਿਸਾਲ ਬਣੂਗੀ ਕੱਲ ਨੂੰ ਇਹ ਕੁੜੀ ਹਨਾ, ਵੀ ਫੋਰਨ ਦੇ ਵਿੱਚੋਂ ਆ ਕੇ ਕੁੜੀ ਇਹ ਕੰਮ ਕਰੀ ਜਾਂਦੀ ਹੈ। ਇੱਧਰ ਇਹਨਾਂ ਨੇ ਢਾਬਾ ਖੋਲਿਆ ਤੇ ਉਹਦੇ ਨਾਲ ਬੱਚੇ ਵੀ ਇੰਨੇ ਜੁੜੇ ਤੇ ਲੋਕ ਵੀ ਇੰਨੇ ਜੁੜੇ ਨਾ, ਮਤਲਬ ਜਦੋਂ ਕੁੜੀ ਪੂਰੀ ਵਾਇਰਲ ਹੋ ਗਈ ਉਹਨੂੰ ਪਤਾ ਲੱਗ ਗਿਆ ਵੀ ਹੁਣ ਉਹਦਾ ਢਾਬਾ ਵਧੀਆ ਚੱਲਣ ਲੱਗ ਗਿਆ ਹਨਾ। ਫਿਰ ਉਹਨੇ ਆਪਦੇ ਪਰਿਵਾਰ ਨੂੰ ਦੱਸਿਆ ਵੀ ਮੈਂ ਇੱਧਰ ਆ ਕੇ ਆਹ ਕਾਰੋਬਾਰ ਤੋਰਿਆ ਤੇ ਹੁਣ ਮੈਂ ਜਿਹੜੀ ਵਾਪਸ ਨਹੀਂ ਜਾਊਂਗੀ ਹਨਾ। ਉਹ ਕੁੜੀ ਦਾ ਵੀ ਜੇਰਾ ਤੇ ਆਪਣਾ ਵੀ ਜੇਰਾ ਦੇਖੋ ਨਾ, ਆਪਾਂ ਆਪਦੇ ਦੇਸ਼ ਹੁੰਦੇ ਹੋਏ ਵੀ ਉਹ ਕੰਮ ਨਹੀਂ ਕਰ ਸਕਦੇ। ਦੇਖੋ ਅਰਚ ਜੇ ਆਪਾਂ ਮਨ ਲਾ ਕੇ ਕਰੀਏ ਤੇ ਆਪਣੇ ਦੇਸ਼ 'ਚ ਵੀ ਕੰਮ ਬਹੁਤ ਹੁੰਦਾ ਹਨਾ। ਵੀ ਕੋਈ ਆਈ ਨਹੀਂ ਵੀ ਉਧਰ ਜਾ ਕੇ ਆਪਾਂ ਨੂੰ ਜ਼ਿਆਦਾ ਕੰਮ ਮਿਲਦਾ ਜਾਂ ਜ਼ਿਆਦਾ ਵੀ ਤਰੱਕੀ ਹੋ ਸਕਦੀ। ਜੇ ਆਪਾਂ ਆਪਦਾ ਮਨ ਲਾ ਕੇ ਇੱਧਰ ਕੋਈ ਵੀ ਕੰਮ ਤੋਰ ਗਏ ਤਾਂ ਆਪਣਾ ਕੰਮ ਵੀ ਇੱਧਰ ਦੇਸ਼ ਕਿਸੇ ਕੰਮ ਗੱਲ ਪਿੱਛੇ ਨਹੀਂ ਹਨਾ। ਵੀ ਪਰ ਸਾਨੂੰ ਸ਼ਰਮ ਨਹੀਂ ਮੰਨਣੀ ਚਾਹੀਦੀ ਤੇ ਇੱਕ ਹੌਸਲਾ ਰੱਖਣਾ ਚਾਹੀਦਾ ਵੀ ਅਸੀਂ ਕੰਮ ਕਰਨਾ ਹੀ ਕਰਨਾ। ਤੇ ਜਿਵੇਂ ਤੁਸੀਂ ਢਾਬੇ ਦੀ ਗੱਲ ਕਰੀ, ਕੋਈ ਸਰ ਪੜਾਉਂਦੇ ਸੀਗੇ ਹਨਾ, ਤੇ ਜਦੋਂ ਆ ਕਰੋਨਾ ਜੀ ਆਈ ਤੇ ਉਸ ਟਾਈਮ ਤੇ ਉਹਨਾਂ ਦੀ ਵਾਈਫ ਸੀ ਜਿਹੜੀ ਬਹੁਤ ਪੜ੍ਹੀ ਲਿਖੀ ਸੀ ਘਰਾਂ ਵਾਲੀ, ਤੇ ਉਹ ਵੀ ਪਰ ਨੌਕਰੀ ਤੇ ਨਹੀਂ ਸੀ, ਕੋਈ ਘਰੇ ਹੁੰਦੀ ਸੀ ਤੇ ਇੱਕ ਦੇਸੋ ਨਾਟਕ ਹੁੰਦਾ ਸੀ ਵੇਖਦੇ ਹੁੰਦੇ ਸੀ, ਤੇ ਉਹਦੇ ਵਿੱਚ ਉਹਨੇ ਟੀਪਨ ਦਾ ਕੰਮ ਤੋਰਿਆ ਸੀ ਹਨਾ। ਤੇ ਉਹਦੇ ਵਿੱਚ ਬਹੁਤ ਜ਼ਿਆਦਾ ਕੰਮ ਚੱਲਿਆ ਤੇ ਉਹ ਕਹਿੰਦੇ ਉਹ ਨਾਟਕ ਵੇਖਦੇ ਹੁੰਦੇ ਸੀ ਤਾਂ ਵੇਖ ਕੇ ਉਹ ਕਹਿੰਦੇ ਵੀ ਜਦੋਂ ਇਹ ਇੰਨਾ ਕਰ ਸਕਦੀ ਤੇ ਮੈਂ ਨਹੀਂ ਕਰ ਸਕਦੀ ਹਨਾ। ਤੇ ਉਹਨਾਂ ਨੇ ਟੀਪਨ ਦਾ ਕੰਮ ਤੋਰਿਆ ਤੇ ਟੀਪਨ ਦਾ ਚੱਲਦਾ ਕੰਮ ਉਹਨਾਂ ਦਾ ਬਹੁਤ ਜ਼ਿਆਦਾ ਚੱਲ ਪਿਆ। ਤੇ ਉਹ ਸਰ ਦੱਸਦੇ ਸੀ ਕਹਿੰਦੇ ਇੰਨੀ ਆਮਦਨ ਮੈਨੂੰ ਜੌਬ ਕਰਦਾ ਮੈਨੂੰ ਇਹਦੇ ਚੋਂ ਨਹੀਂ ਮਿਲਦੀ ਜਿੰਨੇ ਉਹ ਘਰੇ ਬੈਠੇ ਨਾਲੇ ਟੀਪਨ ਦਾ ਕੰਮ ਕਰਦੇ ਨਾਲੇ ਆਪਦਾ ਘਰੇ ਬੈਠੇ ਤੇ ਨਾਲੇ ਉਹਨੂੰ ਦੁੱਗਣੀ ਤਨਖਾਹ ਮਿਲੀ ਜਾਂਦੀ। ਜੀ ਵੀ ਮਤਲਬ ਆਪਾਂ ਜ਼ਰੂਰੀ ਨਹੀਂ ਤੁਸੀਂ ਦੇਖੋ ਕਰੋਨਾ ਕਾਲ ਆਇਆ ਸਾਰੇ ਘਰੇ ਬੈਠ ਗਏ, ਪਰ ਸੋਸ਼ਲ ਮੀਡੀਆ ਵਾਲੇ ਬੰਦਿਆਂ ਦਾ ਉਦੋਂ ਵੀ ਕੰਮ ਚੱਲੀ ਜਾਂਦਾ ਸੀ। ਇੱਕ ਘਰੇ ਬੈਠਾ ਬੰਦਾ ਜਿਹੜਾ ਹਨਾ ਆਪਦੀ ਕਮਾਈ ਉਸ ਤੋਂ ਵੀ ਕਰੀ ਜਾਂਦਾ ਸੀਗਾ। ਵੀ ਇਹ ਜ਼ਰੂਰੀ ਦੇਖੋ ਅਰਚ ਜਿਹੜੇ ਕੋਈ ਨੌਕਰੀ ਤੇ ਜਾਂਦਾ ਸੀ ਜਾਂ ਕੋਈ ਕੰਮ ਕਰਦਾ ਸੀ ਹਨਾ, ਉਸ ਟਾਈਮ ਫਿਰ ਸਾਰੀ ਦੁਨੀਆ ਵਿਹਲੀ ਹੋ ਗਈ ਸੀ ਤੇ ਉਦੋਂ ਫਿਰ ਆਪਾਂ ਫੋਨ ਵੇਖਣ ਤੇ ਜ਼ਿਆਦਾ ਹੋ ਗਏ ਸੀ। ਜੀ ਵੀ ਮਤਲਬ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਕੋਈ ਨੌਕਰੀ ਕਰਾਂਗੇ। ਇੱਕ ਨਾ ਆਪਣੇ ਦਿਮਾਗ ਦੇ ਅੰਦਰ ਇੱਕ ਗੇਮ ਬਣੀ ਹੁੰਦੀ ਆ ਨਾ ਵੀ ਨੌਕਰੀ ਕਰਾਂਗੇ ਤਾਂ ਹੀ ਆਪਾਂ ਨੂੰ ਪੈਸਾ ਆਊਗਾ। ਹੋਰ ਬਹੁਤ ਸਾਰੇ ਤਰੀਕੇ ਹੈਗੇ ਆ। ਹੁਣ ਤੁਸੀਂ ਦੇਖੋ ਆਪਾਂ ਖਰਚਿਆਂ ਦੇ ਕਿੰਨੇ ਸਾਧਨ ਬਣਾ ਰੱਖੇ ਆ। ਹੁਣ ਇੱਕ ਵਿਆਹ ਹੁੰਦਾ ਉੱਥੇ ਕੀ ਹੈ, ਇੱਕ ਮੁੰਡੇ ਕਿੰਨੂ ਆਪਾਂ 20 ਲੱਖ ਰੁਪਏ ਲੈ ਲਿਆ, ਕੁੜੀ ਕਿੰਨੂ ਆਪਾਂ 30 ਲੱਖ ਲੈ ਲਿਆ, 50 ਲੱਖ ਆਪਾਂ ਸਿਰਫ 5 ਘੰਟਿਆਂ ਦੇ ਵਿੱਚ ਪਾਣੀ ਵਾਂਗੂ ਵਹਾ ਦਿੰਨੇ ਆ। ਠੀਕ ਹੈ, ਉੱਥੇ ਆਪਾਂ ਅਰਚ ਇਹ ਨਹੀਂ ਸੋਚਦੇ ਵੀ ਕੋਈ ਚੀਜ਼ ਘੱਟ ਰਹਿ ਜੂਗੀ ਤਾਂ ਕੋਈ ਨਹੀਂ ਹਨਾ। ਆਪਾਂ ਨੂੰ ਐ ਹੁੰਦਾ ਵੀ ਸਾਨੂੰ ਵੱਧ ਤੋਂ ਵੱਧ ਚੀਜ਼ ਚਾਹੀਦੀ ਹੈ ਹਨਾ, ਵੀ ਸਾਡੇ 'ਚ ਕੋਈ ਕਮੀ ਨਾ ਰਹਿ ਜੇ ਤੇ ਆਪਾਂ ਪੈਸਾ ਲਾਉਣ ਲੱਗੇ ਸੋਚਦੇ ਨਹੀਂ ਫਿਰ। ਜੀ ਤੇ ਉੱਥੇ ਆਪਾਂ ਕੀ 5 ਜਿਹੜੇ ਘੰਟਿਆਂ ਦੇ ਵਿੱਚ ਸਾਰੀ ਆਪਦੀ ਕਮਾਈ ਵਹਾ ਦਿੰਨੇ ਆ। ਤੁਸੀਂ ਇਹੀ ਦੇਖੋ ਵੀ ਉਹੀ 50 ਲੱਖ ਦੇ ਵਿੱਚ ਉਹੀ ਮੁੰਡੇ ਕੁੜੀ ਨੂੰ ਤੁਸੀਂ ਕੋਈ ਕਾਰੋਬਾਰ ਤੋਰ ਕੇ ਦਿਓ, ਕੋਈ
ਫੈਕਟਰੀ ਲਾ ਕੇ ਦਿਓ ਤੇ ਉਹ 20 ਜਣਿਆਂ ਨੂੰ ਹੋਰ ਕੰਮ ਤੇ ਰੱਖੂਗਾ, 20 ਜਣਿਆਂ ਦਾ ਹੋਰ ਰੁਜ਼ਗਾਰ ਬਣੂਗਾ ਹਨਾ। ਵੀ ਪੈਸਾ ਕਮਾਊਗਾ ਤਾਂ ਅਗਲੇ ਦੇ ਮੂੰਹ 'ਚ ਹੋਰ ਰੋਟੀ ਪਊਗੀ ਜੀ ਵੀ ਮਤਲਬ ਇਹ ਸੋਚ ਹੋਣੀ ਚਾਹੀਦੀ ਹੈ ਬੰਦੇ ਨੂੰ ਵੀ ਮੈਂ ਆਪਦਾ ਕਾਰੋਬਾਰ ਕਿਵੇਂ ਕਰਨਾ ਹਨਾ। ਮੈਂ ਇਹੀ ਚੀਜ਼ ਕੱਲ ਵੀ ਦੇਖੀ ਜਾਂਦੀ ਸੀਗੀ ਵੀ ਇਹ ਸੋਚ ਨਾ ਬਹੁਤ ਘੱਟ ਲੋਕਾਂ ਦੀ ਆ ਹਨਾ। ਇੱਕ ਲੜਕਾ, ਮੈਂ ਨਾ ਕੱਲ ਇੱਕ ਮੂਵੀ ਦੇਖੀ ਜਾਂਦੀ ਸੀ ਰਣਜੀਤ ਬਾਵਾ ਜੀ ਦੀ ਹਨਾ। ਉਹ ਜਦੋਂ ਫੋਰਨ ਜਾਂਦੇ ਆ ਨਾ ਲੰਡਨ ਦੇ ਵਿੱਚ, ਉੱਥੇ ਜਾ ਕੇ ਉਹ ਕੰਮ ਲੱਭਦੇ ਹਨਾ ਵੀ ਮੈਂ ਕਿੱਥੇ ਕੋਈ ਕੰਮ ਮੈਨੂੰ ਸੈੱਟ ਆਊਗਾ। ਉਹ ਜਦੋਂ ਕੰਮ ਲੱਭਦੇ ਕਿਤੇ ਇੱਕ ਨਾ ਫੈਕਟਰੀ ਦੇ ਵਿੱਚ ਜਾਂਦੇ ਆ ਤੇ ਉੱਥੇ ਇੱਕ ਮਜ਼ਦੂਰ ਲੱਗਿਆ ਪਿਆ ਹੁੰਦਾ, ਉਹਨੂੰ ਪੁੱਛਦੇ ਆ ਹਨਾ ਵੀ ਤੈਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦੇ ਨੂੰ। ਉਹਦਾ 7 ਸਾਲ ਹੋ ਗਏ ਨਾ। ਤੇ ਉਹ ਆਂਦੀ ਜੇ ਤੈਨੂੰ 7 ਸਾਲ ਹੋ ਗਏ ਕਰੀ ਤੂੰ ਮਜ਼ਦੂਰੀ ਨਾ, ਤੇ ਜਿਹੜੇ ਹਾਲਾਤ ਤੇਰੇ ਹੈਗੇ ਕਹਿੰਦੇ ਤੂੰ ਅਗਲੇ 7 ਸਾਲ ਤੈਨੂੰ ਹੋਰ ਲੱਗਣਗੇ ਹਜੇ ਕੰਮ ਕਰਨ ਨੂੰ ਹਨਾ। ਤੁਸੀਂ ਆਪਦੀ ਕੋਈ ਮਿਹਨਤ ਕਰੋ ਜੀ। ਉਹ ਆਂਦਾ ਵੀ ਤੂੰ ਖੁਦ ਦਾ ਬਿਜ਼ਨਸ ਤੋਰ ਹਨਾ। ਤੇ ਫਿਰ ਉਹ ਤਾਂ ਚਲੋ ਜਾ ਵੜੇ, ਉਹ ਬੰਦੇ ਦੀ ਉਹ ਗੱਲ ਖਟਕੀ ਹਨਾ। ਉਹ ਗੱਲ ਉਦੋਂ ਉਹਨੇ ਪੱਲੇ ਬੰਨ ਲਈ ਤੇ ਉਹਨੇ ਆਪਦਾ ਜਿਹੜਾ ਬਿਜ਼ਨਸ ਤੋਰ ਲਿਆ। ਵੇਖੋ ਕਈ ਵਾਰ ਤਾਂ ਅਰਚ ਕਿਸੇ ਦੀ ਗੱਲ ਕਹਿਣ ਦਾ ਇੰਨਾ ਵਧੀਆ ਤਰੀਕਾ ਹੁੰਦਾ, ਜੇ ਇੰਨਾ ਵਧੀਆ ਹਿਸਾਬ ਹੁੰਦਾ, ਆਪਣੀ ਜ਼ਿੰਦਗੀ ਬਦਲ ਜਾਂਦੀ ਹੈ ਜੀ। ਤੇ ਉਹੀ ਬੰਦਾ ਜਦੋਂ ਨੌਕਰੀ ਲੱਭਦਾ ਆਇਆ ਤੇ ਫਿਰ ਉਹਨੇ ਪਹਿਚਾਨ ਲਿਆ, ਉਹਦਾ ਤੂੰ ਮੈਨੂੰ ਪਹਿਚਾਣਿਆ ਪਰ ਮੈਂ ਤੈਨੂੰ ਪਹਿਚਾਨ ਲਿਆ ਹਨਾ। ਫਿਰ ਉਹਨੇ ਦੱਸਿਆ ਵੀ ਤੂੰ ਮੈਨੂੰ ਆਹ ਗੱਲ ਉਸ ਟਾਈਮ ਤੇ ਕਹਿ ਕੇ ਗਿਆ ਸੀਗਾ ਪਰ ਮੈਂ ਤੈਨੂੰ ਅੱਜ ਕੰਮ ਤੇ ਰੱਖ ਰਿਹਾ ਹਨਾ। ਵੀ ਤੇਰੀ ਗੱਲ ਉਦੋਂ ਮੇਰੇ ਕੰਮ ਆ ਗਈ ਤੇ ਅੱਜ ਮੈਂ ਐਡੀ ਵੱਡੀ ਕੰਪਨੀ ਦਾ ਮਾਲਕ ਹੈਗਾ ਜਾਂ ਐਡੀ ਵੱਡੀ ਰੈਸਟੋਰੈਂਟ ਦਾ ਮਾਲਕ ਹੈਗਾ ਹਨਾ। ਤਾਂ ਉਹ ਗੱਲ ਦੇਖੋ ਤੁਸੀਂ, ਇੱਕ ਬੰਦਾ ਆਪਾਂ ਨੂੰ ਕੋਈ ਹਾਸੀ ਮਜ਼ਾਕ ਦੇ ਵਿੱਚ ਗੱਲ ਕਹਿ ਗਿਆ, ਕੋਈ ਬੰਦਾ ਤਾਂ ਉਹ ਗੱਲ ਨੂੰ ਕੈਚ ਕਰ ਲੈਂਦਾ, ਕੋਈ ਬੰਦਾ ਕੀ ਇਗਨੋਰ ਕਰ ਦਿੰਦਾ ਵੀ ਚੱਲ ਜੋ ਕਹੀ ਜਾਂਦੇ ਹਨਾ। ਆਪਾਂ ਉਹਨੂੰ ਹਾਸੀ ਮਜ਼ਾਕ 'ਚ ਹੀ ਰੱਖਦੇ ਆ, ਆਪਾਂ ਪਾਸਾ ਜਿਹਾ ਮਾਰ ਲੈਂਦੇ ਜੀ। ਪਰ ਕਈਆਂ ਦੀ ਗੱਲ ਦੇ ਵਿੱਚ ਨਾ ਗੱਲ ਭਲਾ 2 ਸ਼ਬਦਾਂ ਦੀ ਕਹੀ ਹੋਵੇ, ਉਸ ਗੱਲ ਦੇ ਵਿੱਚ ਤਰਕ ਜਿਹੜਾ ਉਹ ਬਹੁਤ ਵੱਡਾ ਹੁੰਦਾ। ਆਪਾਂ ਸਮਝਣ ਦੇ ਵਿੱਚ ਹੀ ਰੱਖ ਲੈਂਦੇ ਆ ਹਨਾ ਵੀ ਚਲੋ ਕੋਈ ਗੱਲ ਨਹੀਂ, ਪਰ ਉਹ ਬੰਦੇ ਦੀ ਗੱਲ ਆਪਾਂ ਨੂੰ ਹਮੇਸ਼ਾ ਸਮਝਣੀ ਚਾਹੀਦੀ ਵੀ ਉਹ ਬੰਦਾ ਕੀ ਕਹਿ ਕੇ ਗਿਆ ਆਪਾਂ ਨੂੰ। ਜੇ ਬਿਲਕੁਲ ਅਰਚ, ਜੇ ਜਦੋਂ ਆਪਾਂ ਨੂੰ ਕੋਈ ਗੱਲ ਕਹਿੰਦਾ, ਜੇ ਆਪਾਂ ਗੌਰ ਨਾਲ ਗੱਲ ਸੁਣੀਏ ਤੇ ਆਪਣੇ ਤੇ ਬਹੁਤ ਵੱਡਾ ਅਸਰ ਵੀ ਪੈਂਦਾ ਹਨਾ। ਤੇ ਉਹ ਗੱਲ ਦੇ ਵਿੱਚੋਂ ਬਹੁਤ ਵੱਡਾ ਰਿਜ਼ਲਟ ਵੀ ਨਿਕਲਦਾ। ਤੇ ਜਿਵੇਂ ਤੁਸੀਂ ਕਹਿੰਦੇ ਵੀ ਇੱਕ ਸਾਡੇ ਨਾਲ ਮੁੰਡਾ ਪੜ੍ਹਦਾ ਹੁੰਦਾ ਸੀ, ਉਹ ਪੜ੍ਹਨ 'ਚ ਬਹੁਤ ਜ਼ਿਆਦਾ ਹੁਸ਼ਿਆਰ ਸੀਗਾ ਹਨਾ। ਤੇ ਉਹਨੂੰ ਆਏ ਸੀ ਵੀ ਮੈਂ ਜੌਬ ਤੇ ਲੱਗਣਾ ਹੀ ਲੱਗਣਾ, ਤੇ ਉਹਦੀ ਮਾਂ ਨੂੰ ਵੀ ਥੋੜਾ ਜਿਹਾ ਲਾਡੜਾ ਜਿਹਾ ਰੱਖਿਆ ਸੀ। ਉਹਨੂੰ ਵੀ ਆਏ ਸੀ ਵੀ ਮੇਰਾ ਪੁੱਤ ਤਾਂ ਨੌਕਰੀ ਕਰੂ, ਖੇਤੀ ਕਰਦਾ ਨਹੀਂ ਹਨਾ। ਤੇ ਚਲੋ ਉਹ ਪੜ੍ਹ ਲਿਖ ਗਏ, ਵੀ ਪੜ੍ਹਨ 'ਚ ਹੁਸ਼ਿਆਰ ਸੀ, ਉਹਨੇ ਪੜ੍ਹਾਈ ਪੂਰੀ ਕਰ ਵੀ ਲਈ ਹਨਾ। ਤੇ ਵੀ ਨੌਕਰੀ ਉਹਨੂੰ ਹਜੇ ਤੱਕ ਨਹੀਂ ਮਿਲੀ। ਵੀ ਉਹ ਹੋ ਸਕਦਾ ਵੀ ਚਲੋ ਨੌਕਰੀ ਤੁਹਾਡੇ ਕਰਮਾਂ 'ਚ ਨਹੀਂ ਤਾਂ ਤੁਸੀਂ ਨਹੀਂ ਕਰ ਸਕਦੇ ਹਨਾ। ਵੀ ਨਹੀਂ, ਜੇ ਉਹ ਨੌਕਰੀ ਨਹੀਂ ਕਰਦੇ ਤੇ ਸਗੋਂ ਵਿਹਲੇ ਘਰੇ ਬੈਠੇ ਰਹਿੰਦੇ ਹਨਾ। ਤੇ ਜਿਹੜੀ ਉਹਦੇ ਕੋਲ ਆਪਦੇ ਕੋਲ ਜ਼ਮੀਨ 14-15 ਕਿੱਲੇ ਹੈਗੇ ਤੇ ਉਹ ਜ਼ਮੀਨ ਵੀ ਖੇਤੀ ਵੀ ਕਰ ਸਕਦੇ ਹਨਾ। ਜਿਹੜੀ ਉਹਦੀ ਖੇਤੀ ਉਹਦੇ ਡੈਡੀ ਤੋਂ ਹੁਣ ਨਹੀਂ ਹੁੰਦੀ, ਉਸ ਟਾਈਮ ਤੇ ਉਹ ਠੇਕੇ ਤੇ ਦੇ ਦਿੰਦੇ ਨਾਲ ਕਿਸੇ ਨੂੰ ਲੱਗਦੇ ਨੂੰ ਹਨਾ। ਜਿਹੜੀ ਖੇਤੀ ਉਹ ਵੀ ਤੁਹਾਡੀ ਇੱਕ ਤਰ੍ਹਾਂ ਦੀ ਜੌਬ ਹੀ ਹੈ, ਜੇ ਤੁਸੀਂ ਆਪਦੀ ਖੇਤੀ ਆਪ ਕਰੋਗੇ ਤਾਂ ਹਨਾ। ਵੀ ਜ਼ਰੂਰੀ ਤਾਂ ਵੀ ਜੇ ਹੁਣ ਤੁਸੀਂ ਪੜ੍ਹ ਕੇ ਤੇ ਨੌਕਰੀ ਕਰਨੀ ਆ ਤੇ ਆਪਾਂ ਸ਼ਰਮ ਜਿਹੀ ਮੰਨਣ ਲੱਗ ਜਾਂਦੇ ਵੀ ਹੁਣ ਅਸੀਂ ਪੜ੍ਹ ਗਏ ਤੇ ਹੁਣ ਅਸੀਂ ਖੇਤੀ ਨਹੀਂ ਕਰਨੀ ਹਨਾ। ਜੇ ਕੋਈ ਖੇਤੀ ਕਰਨ ਵੀ ਲੱਗ ਜਾਂਦਾ ਅਰਸ਼, ਤੇ ਅੱਗੋਂ ਅਗਲਾ ਇਹ ਕਹਿ ਦਿੰਦਾ ਤੁਸੀਂ ਪੜ੍ਹ ਲਿਖ ਕੇ ਹਜੇ ਖੇਤੀ ਕਰੀ ਜਾਂਦੇ, ਤੁਸੀਂ ਕੋਈ ਨੌਕਰੀ ਤੇ ਕਿਉਂ ਨਹੀਂ ਲੱਗਦੇ ਹਨਾ। ਵੀ ਅਗਲੇ ਦੇ ਇਹ ਸਵਾਲ ਹੁੰਦਾ ਵੀ ਜੇ ਪੜ੍ਹ ਗਏ ਤਾਂ ਨੌਕਰੀ ਕਰਨਾ ਹੀ ਜ਼ਰੂਰੀ ਹੈ। ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਹਨਾ। ਬੰਦੇ ਦੀ ਨੀਅਤ ਹੈ ਜਿਹੜੀ ਵੱਡੀ ਛੋਟੀ ਹੋ ਸਕਦੀ ਆ। ਗੁਰਦਾਸ ਮਾਨ ਜੀ ਦਾ ਵੀ ਇੱਕ ਸੌਂਗ ਹੈਗਾ ਹਨਾ, ਇਸ ਨੂੰ ਲੈ ਕੇ ਵੀ ਬੰਦੇ ਦੀ ਨੀਅਤ ਵੱਡੀ ਛੋਟੀ ਹੋ ਸਕਦੀ ਹੈ, ਬੰਦੇ ਦਾ ਕੰਮ ਵੱਡਾ ਛੋਟਾ ਨਹੀਂ ਹੁੰਦਾ ਹੈਗਾ। ਉਸੇ ਤਰ੍ਹਾਂ ਹੀ ਨਾ ਇੱਕ ਲੜਕੀ ਸੀ, ਉਹ ਆਂਦੀ ਨਾ ਵੀ ਮੈਂ ਇੱਧਰ ਮੈਥਸ ਦੀ ਡਿਗਰੀ ਲਿੱਤੀ ਹੋਈ ਸੀਗੀ, ਉਹ ਆਂਦੀ ਵੀ ਮੈਂ ਵਧੀਆ ਜੌਬ ਤੇ ਲੱਗੂੰਗੀ ਹਨਾ, ਵਧੀਆ ਪੜ੍ਹੀ ਲਿਖੀ ਉਹ ਕੁੜੀ। ਤੇ ਜਦੋਂ ਆਂਦੀ ਮੈਂ ਕਹਿੰਦੀ ਲੰਡਨ ਗਈ, ਉਧਰ ਜਾ ਕੇ ਕਹਿੰਦੀ ਮੈਂ ਇੰਗਲੈਂਡ ਗਈ ਹਨਾ, ਉਧਰ ਜਾ ਕੇ ਕਹਿੰਦੀ ਮੈਂ ਆਪਦਾ ਕਾਰੋਬਾਰ ਤੋਰਨਾ ਸੀਗਾ, ਮੈਨੂੰ ਆਏ ਸੀਗਾ ਵੀ ਮੈਂ ਪੈਸਾ ਵੱਧ ਤੋਂ ਵੱਧ ਕਮਾਵਾਂ ਹਨਾ। ਤੇ ਕਹਿੰਦੀ ਉਧਰ ਮੈਂ ਟੇਲਰ ਦੀ ਜੌਬ ਕਰੀ ਜਾਂਦੀ ਆ। ਤੁਸੀਂ ਦੇਖੋ ਵੀ ਇੱਕ ਲੜਕੀ ਹਨਾ ਜਿਹੜੀ ਇੱਧਰ ਮੈਥਸ ਦੀ ਡਿਗਰੀ ਲਈ ਜਾਂਦੀ ਸੀਗੀ, ਇੱਧਰ ਉਹਨੂੰ ਆਏ ਸੀ ਵੀ ਮੈਂ ਇੱਧਰ ਇਹ ਵਾਲੀ ਜੌਬ ਕਰੂੰਗੀ। ਤਾਂ ਇਹ ਉਹ ਚੀਜ਼ ਹੋ ਗਈ ਨਾ, ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇੱਕ ਲਾਈਨ ਆਪਾਂ ਗਲਤ ਚੂਜ਼ ਕਰ ਲਈ ਹਨਾ। ਜਾਂ ਆਪਾਂ ਹੋ ਸਕਦਾ ਵੀ ਉਹਨੇ ਇਹ ਨਹੀਂ ਸਮਝਿਆ ਹੈਗਾ ਵੀ ਮੈਂ ਹੁਣ ਮੈਥਸ ਚੂਜ਼ ਕੀਤਾ ਤੇ ਮੈਂ ਇੱਧਰ ਹੀ ਆਪਦੀ ਜਿਹੜੀ ਡਿਗਰੀ ਕੰਪਲੀਟ ਕਰਾਂ ਹਨਾ। ਹਾਂ, ਵੀ ਜਿਹੜੀ ਜੌਬ ਵਾਸਤੇ ਮੈਂ ਸੋਚਦੀ ਸੀ ਵੀ ਉਹੀ ਕਰਨੀ ਹੈ ਜੀ। ਤੇ ਉਹਨੇ ਇਹ ਸੋਚਿਆ ਵੀ ਚਲੋ ਜਿੱਧਰ ਮੇਰਾ ਹੱਥ ਪੈਂਦਾ ਨਾ, ਜਿੱਧਰੋਂ ਮੈਂ ਕਮਾ ਸਕਦੀ ਮੈਂ ਉਧਰੋਂ ਕਮਾਵਾਂ, ਤਾਂ ਉਹ ਟੇਲਰ ਦੀ ਜੌਬ ਵੀ ਕਰਨ ਲੱਗ ਗਈ। ਹੁਣ ਏਦਾਂ ਹੀ ਇੱਕ ਆਂਟੀ ਸੀਗੇ ਹਨਾ, ਉਹਨਾਂ ਦੇ 3 ਬੇਟੇ ਆ, ਤਿੰਨੇ ਬੇਟੇ ਸਰਕਾਰੀ ਜੌਬ ਕਰਦੇ ਆ ਹਨਾ। ਤੇ ਪਰ ਉਹ ਆਂਟੀ ਨਾ ਸੇਵੀਆਂ ਵੱਟਦੇ ਆ ਤੇ ਉਹ ਹਜੇ ਵੀ ਉਹੀ ਕੰਮ ਕਰਦੇ ਆ। ਉਹ ਕਹਿੰਦੇ ਵੀ ਮੈਂ ਇਹ ਵਾਲਾ ਕੰਮ ਕਰੂੰਗੀ ਹਨਾ। ਤੇ ਉਹ ਆਂਦੇ ਵੀ ਜਿਹੜਾ ਹੱਥੀ ਕਮਾਈ ਆਪਾਂ ਕਰਦੇ ਨਾ, 10-9 ਦੀ ਕਮਾਈ ਹੁੰਦੀ, ਉਹ ਹਮੇਸ਼ਾ ਰੰਗ ਲੈ ਕੇ ਆਉਂਦੀ ਆ। ਹੁਣ ਉਹੀ ਆਂਟੀ ਜਿਹੜੀ ਇੱਕ ਸਾਡੇ ਗੁਆਂਢ ਦੇ ਵਿੱਚ ਆ ਹਨਾ, ਮੈਂ ਨਿਊਜ਼ ਵੀ ਸੁਣੀ ਸੀ, ਇੱਕ ਨਾ ਉਹ IAS ਆਫਿਸਰ ਬਣੇ ਆ ਹਨਾ। ਤੇ ਉਹਨਾਂ ਦੇ ਮਾਤਾ ਨੇ ਜਿਹੜੇ ਉਹ ਚੂੜੀਆਂ ਵੇਚਣ ਦਾ ਕੰਮ ਕਰਦੇ ਸੀ, ਚੂੜੀਆਂ ਦੀ ਰੇਹੜੀ ਲਾਉਂਦੇ ਸੀਗੇ। ਹੁਣ ਉਹ ਜਦੋਂ IAS ਆਫਿਸਰ ਬਣ ਗਏ, ਉਹਨਾਂ ਦੀ ਮਾਤਾ ਫਿਰ ਵੀ ਉਹੀ ਕੰਮ ਕਰਦੇ ਆ। ਉਹਨਾਂ ਨੇ ਇਹ ਨਹੀਂ ਸੋਚਿਆ ਵੀ ਮੇਰਾ ਬੇਟਾ ਐਡਾ ਵੱਡਾ ਆਫਿਸਰ ਲੱਗ ਗਿਆ ਹਨਾ ਤੇ ਵੀ ਮੈਂ ਇਹ ਕੰਮ ਛੱਡਦਾ ਹਨਾ, ਵੀ ਅਗਲਾ ਕੀ ਸੋਚੂਗਾ ਵੀ ਲੈ ਇਹਦੀ ਮੰਮੀ ਵੀ ਚੂੜੀਆਂ ਦੀ ਰੇਹੜੀ ਲਾਉਂਦੇ ਹਨਾ। ਆਪਾਂ ਕਹਿ ਹੀ ਦਿੰਨੇ ਆ ਅਰਚਾ ਜੀ। ਪਰ ਉਹ ਆਂਦੇ ਵੀ ਮੈਂ ਕੰਮ ਉਹੀ ਰੱਖੂੰਗੀ ਕਿਉਂਕਿ ਮੈਂ ਇਸੇ ਕਮਾਈ ਚੋਂ ਹੀ ਆਪਦੇ ਬੇਟੇ ਨੂੰ ਪੜ੍ਹਾਇਆ ਲਿਖਾਇਆ, ਐਡੀ ਵੱਡੀ ਜੌਬ ਦਵਾਈ ਹਨਾ। ਤੇ ਉਹੀ ਕੰਮ ਜੇ ਮੈਂ ਅੱਜ ਠੋਕਰ ਮਾਰ ਕੇ ਤੇ ਮੈਂ ਕਹੂੰਗੀ ਵੀ ਮੈਂ ਇਹ ਕੰਮ ਨਹੀਂ ਕਰਦੀ ਹੈਗੀ ਹਨਾ,
ਤਾਂ ਉਹ ਆਂਦੀ ਵੀ ਮੇਰੀ ਗਲਤ ਗੱਲ ਹੈ, ਪਰ ਕਹਿੰਦੀ ਮੈਂ ਚੂੜੀਆਂ ਹੀ ਵੇਚੂੰਗੀ, ਮੈਂ ਉਹ ਕੰਮ ਦੀ ਕਦਰ ਕਰਦੀ ਵੀ ਇਸੇ ਕੰਮ ਨੇ ਮੇਰੇ ਬੇਟੇ ਨੂੰ ਇੰਨਾ ਉੱਚਾ ਜਿਹੜਾ ਇੰਨੀਆਂ ਤਰੱਕੀਆਂ ਤੇ ਲੈ ਕੇ ਗਿਆ। ਵੇਖੋ ਅਰਸ਼, ਜੇ ਆਪਾਂ ਜਿਵੇਂ ਕਹਿੰਦੇ 10 ਨੌਹਾਂ ਦੀ ਕਮਾਈ ਹੁੰਦੀ, ਜੇ ਆਪਾਂ ਸੱਚੇ ਮਨੋਂ ਕਰੀਏ ਤਾਂ ਉਹ ਆਪਣੀ ਕਮਾਈ ਚੰਗੇ ਥਾਂ ਹੀ ਲੱਗਦੀ ਹੈ ਨਾ। ਵੀ ਜੇ ਆਪਾਂ ਪੈਸਾ ਸੋਚੀਏ ਵੀ ਅਸੀਂ ਪੈਸਾ ਕਮਾਉਣਾ, ਬੇਈਮਾਨੀ ਨਾਲ ਕਮਾਈਏ, ਕਿਸੇ ਨਾਲ ਧੋਖਾ ਕਰਕੇ ਕਮਾਈਏ, ਤੇ ਉਹ ਆਪਣੇ ਕਦੇ ਵਾਸਤੇ ਤੁਸੀਂ ਵੇਖ ਲਓ ਚੰਗੇ ਥਾਂ ਨਹੀਂ ਲੱਗਦਾ ਹਨਾ, ਉਹ ਮਾੜੇ ਥਾਂ ਹੀ ਪੈਸਾ ਲੱਗਦਾ ਵੀ ਚੰਗੇ ਥਾਂ ਉਹਦੀ ਕੋਈ ਵਾਧਾ ਨਹੀਂ ਹੁੰਦਾ। ਤੇ ਹੁਣ ਆਪਾਂ ਕਈ ਵਾਰ ਵੇਖ ਲੈਨੇ, ਕਹਿ ਦਿੰਦੇ ਵੀ ਉਹਨਾਂ ਕੋਲ ਤਾਂ ਕੋਈ ਸੈਲਰ ਵੀ ਹੈਗਾ, ਉਹਨਾਂ ਕੋਲ ਆੜਤ ਵੀ ਹੈਗੀ, ਉਹਨਾਂ ਦਾ ਤਾਂ ਬਹੁਤ ਜ਼ਿਆਦਾ ਤਕੜਾ ਕੰਮ ਹੈ ਨਾ, ਵੀ ਇੰਨਾ ਕੁਛ ਉਹਨਾਂ ਕੋਲ, ਤੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਉਹ ਜ਼ਰੂਰੀ ਨਹੀਂ ਵੀ ਉਹਨਾਂ ਦੇ ਗਾਂ ਦਾਦੇ ਪੜਦਾਦਿਆਂ ਤੋਂ ਉੱਥੋਂ ਤੱਕ ਹੀ ਉਹ ਆੜਤ ਜਾਂ ਸੈਲਰ ਜਾਂ ਹੋਰ ਜੋ ਕੁਛ ਵੀ ਹੈ ਵੀ ਉਦੋਂ ਤੋਂ ਹੀ ਤੁਰਿਆ ਹੁੰਦਾ ਹਨਾ, ਵੀ ਉਹ ਉਹਨਾਂ ਕੋਲੇ ਨਹੀਂ ਸੀ ਉਹਨਾਂ ਟਾਈਮ, ਉਦੋਂ ਉਹਨਾਂ ਕੋਲ ਵੀ ਹੁਣ ਉਹਨਾਂ ਨੇ ਜੇ ਕੰਮ ਕੀਤੇ, ਮਿਹਨਤ ਕੀਤੀ, ਉਹਨਾਂ ਨੇ ਸੈਲਰ 'ਚ ਹਿੱਸਾ ਪਾ ਲਿਆ ਜਾਂ ਆੜਤ ਕਰ ਲਈ ਜਾਂ ਹੋਰ ਕੋਈ ਦੁਕਾਨ ਵੀ ਗੱਡੀ ਕਾਰ ਬੱਸਾਂ ਪਾ ਲਈਆਂ ਹਨਾ, ਵੀ ਹੌਲੀ ਹੌਲੀ ਸਟੈਪ ਵਾਈਜ਼ ਹੀ ਵੱਧਦੇ ਗਏ। ਜੇ ਆਪਾਂ ਵੀ ਐਂ ਸੋਚ ਕੇ ਵੀ ਹੌਲੀ ਹੌਲੀ ਅਸੀਂ ਅੱਜ ਆਹ ਕਰ ਲਿਆ ਤੇ ਸਵੇਰ ਨੂੰ ਅਸੀਂ ਆਹ ਵੀ ਕਰਨਾ, ਅੱਜ ਆਹ ਕਰ ਲਿਆ ਤੇ ਇਹ ਵੀ ਕਰਨਾ, ਹੌਲੀ ਹੌਲੀ ਤਰੱਕੀ ਕਰਦੇ ਕਰਦੇ ਆਪਾਂ ਅੱਗੇ ਵਧ ਸਕਦੇ ਹਨਾ। ਜੇ ਆਪਾਂ ਸੋਚ ਕੇ ਵੀ ਉਹਨਾਂ ਦੇ ਕੋਲ ਤਾਂ ਇੰਨਾ ਕੁਛ ਹੈਗਾ, ਉਹਨਾਂ ਨਾਲ ਤਾਂ ਆਪਾਂ ਰੀਸ ਕਰ ਨਹੀਂ ਸਕਦੇ ਹਨਾ, ਚਲੋ ਆਪਾਂ ਰੀਸ ਨਹੀਂ ਕਰਦੇ, ਆਪਾਂ ਮਿਹਨਤ ਤਾਂ ਕਰੀਏ, ਹਿੰਮਤ ਤਾਂ ਕਰੀਏ, ਕੁਛ ਤਾਂ ਆਪਾਂ ਅਗਲੇ ਦੇ ਬਰੋਬਰ ਹੋ ਹੀ ਸਕਦੇ ਹਨਾ, ਤੇ ਅੱਗੇ ਨਾਲ ਅਗਲੇ ਦੇ ਰਲ ਹੀ ਸਕਦੇ ਆ। ਮੈਡਮ ਮੈਨੇ ਇੱਕ ਥਾਂ ਤੇ ਲਿਖਿਆ ਪੜਿਆ ਸੀਗਾ, ਉੱਥੇ ਲਿਖਿਆ ਹੋਇਆ ਸੀ ਵੀ ਵੱਡਾ ਨੌਕਰ ਬਣਨ ਨਾਲੋਂ ਚੰਗਾ ਛੋਟਾ ਮਾਲਕ ਬਣ ਜੇ ਹਨਾ, ਵੀ ਮਤਲਬ ਬੰਦਾ ਆਪਦਾ ਕੰਮ ਚਲਾ ਲੇ, ਕਿਸੇ ਦਾ ਕੰਮ ਕਰਨ ਨਾਲੋਂ ਚੰਗਾ ਆਪਦਾ ਕੰਮ ਚਲਾ ਲੇ। ਆਪਦੇ ਕੰਮ ਦੇ ਵਿੱਚ ਜਿੰਨੀ ਆਪਾਂ ਮਿਹਨਤ ਨਾਲ ਉਹ ਕੰਮ ਕਰਦੇ ਆ, ਉਹਨਾਂ ਮਿਹਨਤ ਨਾਲ ਮੈਨੂੰ ਨਹੀਂ ਲੱਗਦਾ ਵੀ ਆਪਾਂ ਕਿਸੇ ਦਾ ਕੰਮ ਕਰਦੇ ਹੋਵਾਂਗੇ ਹਨਾ। ਦੇਖੋ ਜਦੋਂ ਆਪਣਾ ਆਪਦਾ ਕੰਮ ਹੁੰਦਾ ਉਦੋਂ ਆਪਾਂ ਮਿਹਨਤ ਵੀ ਬਹੁਤ ਕਰਦੇ ਆ ਹਨਾ, ਤੇ ਆਪਦਾ ਜ਼ੋਰ ਵੀ ਪੂਰਾ ਲਾਉਨੇ ਵੀ ਸਾਨੂੰ ਕਿਸੇ ਚੀਜ਼ ਤੋਂ ਘਾਟਾ ਨਾ ਪੈ ਜੇ, ਸਾਡਾ ਅੱਗੇ ਹੀ ਕੰਮ ਵਧੇ ਹਨਾ। ਤੇ ਜਦੋਂ ਆਪਾਂ ਕਿਸੇ ਦੇ ਮੂਹਰੇ ਨੌਕਰ ਲਾ ਕੇ ਕੰਮ ਕਰਦੇ ਹਾਂ, ਨੌਕਰ ਲਾ ਕੇ ਕੰਮ ਕਰਨਾ ਬਹੁਤ ਔਖਾ ਅਰਸ਼ ਹਨਾ, ਵੀ ਭਾਵੇਂ ਆਪਾਂ ਸਹੀ ਵੀ ਕਰੀ ਜਾਈਏ ਫਿਰ ਵੀ ਅਗਲੇ ਦਾ ਨਹੀਂ ਪਤਾ ਆਪਾਂ ਨੂੰ ਟੋਕ ਟਕਾਈ ਕਰਨੀ, ਕਿਵੇਂ ਕਰਨਾ ਕੀ ਕਰਨਾ ਨਹੀਂ ਹਨਾ, ਤੇ ਕਿਸੇ ਦੇ ਥੱਲੇ ਲਾ ਕੇ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਜੀ। ਉਹੀ ਹੈ ਨਾ ਵੀ ਮਿਹਨਤ ਕਰਨ ਵਾਸਤੇ ਜਿਹੜੀ ਕਾਬਲੀਅਤ ਆ ਉਹ ਆਪਣੀ ਖਤਮ ਹੁੰਦੀ ਜਾ ਰਹੀ ਹੈ। ਆਪਾਂ ਦਿਨੋਂ ਦਿਨ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਵੱਧਦੇ ਆ, ਵੀ ਸੇਵਾ ਲਈ ਨਹੀਂ ਸਗੋਂ ਆਪਾਂ ਇੱਕ ਰੁਤਬਾ ਰੱਖਣ ਵਾਸਤੇ ਨੌਕਰੀ ਕਰਦੇ ਆ, ਵੀ ਹਾਂ ਲੋਕ ਮੈਨੂੰ ਕਹਿਣਗੇ ਵੀ ਆਹ ਬੰਦਾ ਜਿਹੜਾ ਨੌਕਰੀ ਕਰਦਾ ਹਨਾ, ਵੀ ਇਹ ਜੌਬ ਤੇ ਲੱਗੇ ਹੋਏ ਆ ਜੀ। ਹੁਣ ਤੁਸੀਂ ਦੇਖੋ ਵੀ ਇੱਕ ਲੜਕੀ ਸੀਗੀ ਹਨਾ, ਉਹ ਨਾ ਹਮੇਸ਼ਾ ਉਹ ਇਹ ਕੰਮ ਕਰਦੀ ਸੀਗੀ ਵੀ ਜਿਹੜਾ ਵੀ ਇਧਰੋਂ ਫੋਰਨ ਕੰਟਰੀਜ਼ ਦੇ ਵਿੱਚ ਜਾਂਦੇ ਸੀ ਉਹਨਾਂ ਵਾਸਤੇ ਜਿਹੜੇ ਘਰ ਲੱਭ ਕੇ ਦਿੰਦੀ ਸੀਗੀ ਹਨਾ। ਤਾਂ ਉਹ ਲੜਕੀ ਨਾ ਵੀ ਉਹਨਾਂ ਨੇ ਇੱਕ ਕੈਬਸ ਵਾਲੇ ਵੀ ਰੱਖੇ ਹੋਏ ਸੀਗੇ, ਤੇ ਜਦੋਂ ਉਹ ਵਿਚਾਰੇ ਨਾ ਆਉਂਦੇ ਹਨਾ ਆਪਦੀ ਪੇਮੈਂਟ ਲੈਣ, ਤੇ ਉਹਨਾਂ ਚੋਂ ਇੱਕ ਲੜਕਾ ਸੀਗਾ ਜਿਹੜਾ, ਤੇ ਉਹ ਵਿਚਾਰੇ ਦੇ ਨਾ 8 ਮਹੀਨੇ ਤੋਂ ਨਾਮ ਉਹ ਲਿਸਟ ਦੇ ਵਿੱਚ ਪਾਈ ਜਾਂਦੇ ਸੀਗੇ ਹਨਾ, ਤੇ ਉਹਨੂੰ ਪੇਮੈਂਟ ਨਹੀਂ ਦਿੰਦੇ ਸੀਗੇ। ਫਿਰ ਉਹ ਲੜਕੀ ਆਈ, ਉਹਨੇ ਜਿਹੜਾ ਦੱਸਿਆ, ਉਹ ਆਂਦੀ ਵੀ ਤੁਸੀਂ ਇਹਦਾ ਨਾਮ ਲਿਸਟ ਦੇ ਵਿੱਚ ਹਰ ਵਾਰੀ ਅੱਗੇ ਕਿਉਂ ਵਧਾ ਦਿੰਦੇ ਆ ਨਾ, ਵੀ ਇਹਨੂੰ ਕਿਉਂ ਨਹੀਂ ਪੇਮੈਂਟ ਦਿੰਦੇ ਤੁਸੀਂ? ਵੀ ਵੇਖੋ ਆਪਾਂ ਨੂੰ ਲੋੜ ਹੁੰਦੀ ਹੈ ਹਨਾ, ਮਹੀਨੇ ਦੇ ਮਹੀਨੇ ਆਪਾਂ ਵਰਤਦੇ ਵੀ ਆ ਪੈਸਾ ਲੈ ਕੇ। ਤੇ ਉਹ ਆਂਦੇ ਨਾ ਵੀ ਜਿਹੜੇ ਮਜ਼ਦੂਰ ਆ ਸਾਡੇ ਕੋਲ ਕੰਮ ਕਰਦੇ ਆ ਨਾ, ਉਹ ਸਾਨੂੰ ਪਤਾ ਵੀ ਅਸੀਂ ਉਹਨਾਂ ਨਾਲ ਕਿਵੇਂ ਦਾ ਵਤੀਰਾ ਰੱਖਣਾ ਹੈ, ਜਾਂ ਉਹਨੂੰ ਕਿੰਨੇ ਕੁ ਟਾਈਮ ਤੋਂ ਪੇਮੈਂਟ ਦੇਣੀ, ਕਿੰਨੇ ਟਾਈਮ ਤੋਂ ਨਹੀਂ ਦੇਣੀ ਹੈਗੀ ਹਨਾ। ਤਾਂ ਵੀ ਉਹ ਆਂਦੇ ਵੀ ਨਹੀਂ, ਏਦਾਂ ਨਹੀਂ ਹੁੰਦਾ ਹੈਗਾ, ਵੀ ਤੁਸੀਂ ਜਿੰਨੀ ਕਿਸੇ ਦੀ ਹੈਲਪ ਕਰੋਗੇ ਓਨਾ ਹੀ ਪਰਮਾਤਮਾ ਤੁਹਾਨੂੰ ਜ਼ਿਆਦਾ ਦਿੰਦਾ ਹਨਾ। ਜਿੰਨੀ ਤੁਸੀਂ ਨੀਅਤ ਸਾਫ਼ ਨਾਲ ਮਿਹਨਤ ਨਾਲ ਕੰਮ ਕਰੋਗੇ, ਹੁਣ ਉਹ ਬੰਦਾ ਇੰਨੀ ਮਿਹਨਤ ਨਾਲ ਕੰਮ ਕਰੀ ਜਾਂਦਾ, ਹੁਣ ਉਹਨੂੰ ਆਪਾਂ ਮਹੀਨੇ ਤੋਂ ਪੈਸੇ ਵੀ ਨਹੀਂ ਦੇ ਸਕਦੇ ਘਰ ਲਿਜਾਣ ਵਾਸਤੇ ਹਨਾ, ਉਹ ਤਾਂ ਉਹਦਾ ਹੱਕ ਬਣਦਾ ਤੇ ਉਹਨੂੰ ਚਾਹੀਦੇ ਵੀ ਹਨਾ। ਜਿਵੇਂ ਕਹਿ ਦਿੰਦੇ ਜੇ ਤੁਹਾਡੀ ਨੀਅਤ ਸਾਫ਼ ਆ ਤਾਂ ਉਹਨੂੰ ਨੀਅਤ ਸਾਫ਼ ਨੂੰ ਮੁਰਾਦਾਂ ਵੀ ਲੱਗਦੀਆਂ ਹੀ ਲੱਗਦੀਆਂ ਜੀ। ਤੇ ਹੁਣ ਆਪਾਂ ਨੂੰ ਹਮੇਸ਼ਾ ਮੈਨੂੰ ਹਮੇਸ਼ਾ ਹੀ ਇਹ ਹਨਾ ਮੇਰੇ ਫਰੈਂਡਸ ਕਹਿੰਦੇ ਆ ਵੀ ਤੈਨੂੰ ਕੀ ਲੋੜ ਆ, ਤੂੰ ਵਧੀਆ ਨੌਕਰੀ ਕਰਦੀ ਆ ਹਨਾ, ਵੀ ਤੇਰੇ ਕੋਲ ਵੀ ਵਧੀਆ ਪੈਸਾ ਆਉਂਦਾ, ਚੱਲ ਤੂੰ ਇਕੱਠਾ ਕਰਦੀ ਹੋਏਗੀ। ਪਰ ਮੈਨੂੰ ਲੱਗਦਾ ਨਾ ਵੀ ਜਿਹੜਾ ਬੰਦਾ ਇੱਕ ਨੌਕਰੀ ਕਰਦਾ, ਇਹ ਨਹੀਂ ਹੈਗਾ ਵੀ ਉਹ ਬੰਦਾ ਹਮੇਸ਼ਾ ਹੀ ਇਕੱਠਾ ਕਰਦਾ ਹੋਊਗਾ ਕਿਸੇ ਵੀ ਚੀਜ਼ ਨੂੰ ਹਨਾ। ਹੁਣ ਮੇਰੇ ਕੋਲ 1 ਰੁਪਿਆ ਵੀ ਨਹੀਂ ਮੈਨੂੰ ਲੱਗਦਾ ਵੀ ਖੜਦਾ ਹੋਣਾ ਹਨਾ, ਬਸ ਇਹ ਉਡੀਕ ਹੁੰਦੀ ਆ ਵੀ ਹਾਂ ਪੇਮੈਂਟ ਆਊਗੀ ਹਨਾ। ਜਦੋਂ ਲੱਗਦੇ ਆ ਉਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਜਿੰਨਾ ਤਨਖਾਹ ਤਾਂ ਆਪਣੀ ਮਹੀਨੇ ਤੋਂ ਆਉਂਦੀ ਹੈ ਨਾ, ਤੇ ਆਪਣੀ ਪਹਿਲਾਂ ਲਿਸਟ ਬਣੀ ਪਈ ਹੁੰਦੀ ਵੀ ਆਹ ਖਰਚਾ ਇੱਥੇ ਇੰਨਾ ਹੋ ਗਿਆ ਤੇ ਇੱਥੇ ਲੱਗ ਜਾਣੇ, ਆ ਇੰਨੇ ਲੱਗ ਜਾਣੇ ਹਨਾ। ਤਨਖਾਹ ਦੀ ਤਾਂ ਆਪਾਂ ਨੂੰ ਇੱਕ ਢੀਕ ਹੁੰਦੀ, ਲੱਗਣ ਨੂੰ ਤਾਂ ਬਿੰਦ ਚ ਹੀ ਲੱਗ ਜਾਂਦੀ ਹੈ ਜੀ। ਬਸ ਉਹ ਇੱਕ ਇਹ ਹੈਗਾ ਨਾ ਵੀ ਆਪਾਂ ਇਹ ਸੋਚ ਲੈਂਦੇ ਵੀ ਆਹ ਬੰਦਾ ਨੌਕਰੀ ਤੇ ਲੱਗਿਆ, ਇਹ ਬੰਦੇ ਕੋਲ ਇੰਨੀ ਪੈਲੀ ਹੈ, ਇਹ ਬੰਦੇ ਨੂੰ ਇੱਥੋਂ ਜਿਹੜਾ ਪੈਸਾ ਆਉਂਦਾ ਹਨਾ। ਪਰ ਆਪਾਂ ਇਹ ਨਹੀਂ ਸੋਚਦੇ ਹੈਗੇ ਵੀ ਜਿੰਨਾ ਵੱਧ ਬੰਦੇ ਕੋਲ ਪੈਸਾ ਹੁੰਦਾ ਉਨੇ ਵੱਡੇ ਹੀ ਉਹਦੇ ਖਰਚੇ ਵੱਧ ਜਾਂਦੇ ਆ ਹਨਾ। ਇਹ ਚੀਜ਼ਾਂ ਨੂੰ ਆਪਾਂ ਪਿੱਛੇ ਛੱਡ ਕੇ ਆਪਾਂ ਸਿਰਫ ਇਹ ਸੋਚ ਲੈਂਦੇ ਵੀ ਇਹ ਬੰਦੇ ਕੋਲ ਬਹੁਤ ਪੈਸਾ ਆਉਂਦਾ, ਇਹ ਬਹੁਤ ਅਮੀਰ ਹੈਗਾਗਾ, ਪਰ ਉਹ ਬੰਦੇ ਦੇ ਜਿੰਨੇ ਖਰਚੇ ਹੋਣਗੇ ਜ਼ਿਆਦਾ ਹਨਾ, ਉਨਾ ਹੀ ਉਹਦਾ ਪੈਸਾ ਜ਼ਿਆਦਾ ਲੱਗੀ ਜਾਂਦਾ। ਉਹ ਸੋਚ ਜਿਹੜੀ ਆਪਣੀ ਖਤਮ ਹੋ ਜਾਂਦੀ ਹੈ। ਵੇਖੋ ਆਪਾਂ ਅਰਸ਼, ਚਲੋ ਤੁਸੀਂ ਤਾਂ ਕੁੜੀ, ਕਈ ਵਾਰ ਕੋਈ ਮੁੰਡਾ ਨੌਕਰੀ ਤੇ ਲੱਗ ਜੇ, ਨੌਕਰੀ ਭਾਵੇਂ ਕੋਈ ਹਿਸਾਬ ਦੀ ਹੋਵੇ ਹਨਾ, ਬਹੁਤ ਜ਼ਿਆਦਾ ਵੱਡੀ ਨਾ ਹੋਵੇ, ਤੇ ਪਰ ਉਹ ਨੌਕਰੀ ਤੇ ਲੱਗਣ ਤੋਂ ਪਹਿਲਾਂ ਇਹ ਵੀ ਸੋਚ ਲੈਂਦੇ ਵੀ ਜੇ ਨੌਕਰੀ ਤੇ ਜਾਣਾ ਤਾਂ ਮੈਂ ਬੱਸ ਤੇ ਨਹੀਂ ਜਾਣਾ, ਮੈਨੂੰ ਆਪਦੀ ਗੱਡੀ ਚਾਹੀਦੀ
ਚਾਹੀਦੀ ਆ ਹਨਾ। ਆਪਦੇ ਜੇ ਕੱਪੜੇ ਧੋ ਵੀ ਉੱਥੇ ਮੈਂ ਸਾਰਿਆਂ ਵਿੱਚ ਬੈਠਣਾ ਹੋਊ, ਮੈਨੂੰ ਉਹ ਵੀ ਪੂਰੇ ਵਧੀਆ ਜਿਹੇ ਚੰਗੇ ਹੋਣੇ ਚਾਹੀਦੇ ਹਨਾ। ਅਸੀਂ ਇਹ ਨਹੀਂ ਸੋਚਦੇ ਵੀ ਸਾਨੂੰ ਨੌਕਰੀ ਜਿਹੜੀ ਮਿਲੀ ਹੈ ਵੀ ਉਹ ਕਿੰਨੀ ਕੁ ਤਨਖਾਹ ਮਿਲਦੀ ਹੈ, ਕਿੰਨੀ ਕੁ ਨਹੀਂ ਹਨਾ, ਵੀ ਅਸੀਂ ਇੰਨੇ ਕੁ ਲਾ ਸਕਦੇ ਹਾਂ ਕਿ ਨਹੀਂ ਲਾ ਸਕਦੇ। ਹੁਣ ਆਈ ਵੇਖੋ ਅੱਗੇ ਆਪਣੇ ਬਜ਼ੁਰਗ ਹੁੰਦੇ ਸੀ ਜਿਹੜੇ ਹਨਾ, ਤੇ ਉਹਨਾਂ ਕੋਲੇ ਆਪਣੇ ਮੈਨੂੰ ਲੱਗਦਾ ਆਪਣੇ ਨਾਲੋਂ ਪੈਸਾ ਜ਼ਿਆਦਾ ਹੀ ਹੁੰਦਾ ਸੀ ਉਹਨਾਂ ਕੋਲ ਹਨਾ, ਤੇ ਨਾਲੇ ਉਹਨਾਂ ਕੋਲ ਉਸ ਟਾਈਮ ਤੇ ਕੋਈ ਨੌਕਰੀਆਂ ਨਹੀਂ ਸੀ ਹੁੰਦੀਆਂ, ਕੋਈ ਇੰਨੇ ਟਾਈਮ ਤੇ ਵੀ ਪੜ੍ਹੇ ਲਿਖੇ ਨਹੀਂ ਸੀ ਹੁੰਦੇ ਹਨਾ, ਵੀ ਆ ਜ਼ਮੀਨ ਹੁੰਦੀ ਸੀ, ਜ਼ਮੀਨ ਚੋਂ ਹੀ ਖੇਤੀ ਕਰਦੇ ਹੁੰਦੇ ਸੀ ਤੇ ਇਹਦੇ ਵਿੱਚੋਂ ਹੀ ਕਿੰਨਾ ਕਿੰਨਾ ਨਫਾ ਹੋ ਜਾਂਦਾ ਸੀ। ਤੇ ਅੱਜ ਕੱਲ ਆਪਣੇ ਕੋਲੇ ਉਹੀ ਜ਼ਮੀਨਾਂ ਵੀ ਹੈਗੀਆਂ, ਆਪਣੇ ਕੋਲ ਠੇਕੇ ਵੀ ਆਉਂਦੇ ਜੇ ਅਸੀਂ ਆਪ ਨਹੀਂ ਵੀ ਜ਼ਮੀਨ ਕਰਦੇ ਹਨਾ, ਤੇ ਸਾਡੇ ਕੋਲੇ ਨੌਕਰੀਆਂ ਵੀ ਹੈ ਤੇ ਸਾਡੇ ਕੋਲ ਪੈਸਾ ਫੇਰ ਵੀ ਨਹੀਂ ਹੋਏਗਾ ਉਹਨਾਂ ਜਿੰਨਾ ਹਨਾ, ਵੀ ਕੁਛ ਤਾਂ ਅੱਗੇ ਨਾਲੋਂ ਅਰਥ ਵੀ ਖਰਚੇ ਜਿਹੜੇ ਬਹੁਤ ਜ਼ਿਆਦਾ ਵੱਧ ਗਏ ਹਨਾ, ਤੇ ਕੁਛ ਅਸੀਂ ਜਿਹੜੇ ਖਰਚੇ ਆਪਦੇ ਆਪੇ ਵੀ ਬਹੁਤ ਜ਼ਿਆਦਾ ਵਧਾਈ ਬੈਠੇ ਆ। ਦੇਖੋ ਹੁਣ ਭੈਣੇ ਕੀ ਹੈ ਨਾ, ਲੋਕ ਜ਼ਿਆਦਾਤਰ ਪ੍ਰੈਫਰੈਂਸ ਕਿਹਨੂੰ ਦਿੰਦੇ ਆ, ਸਰਕਾਰੀ ਨੌਕਰੀ ਹੋਵੇ ਬੰਦੇ ਕੋਲ ਹਨਾ, ਪ੍ਰਾਈਵੇਟ ਨੌਕਰੀ ਨਹੀਂ ਲੈਂਦੇ, ਕਿਉਂਕਿ ਪ੍ਰਾਈਵੇਟ ਨੌਕਰੀ 'ਚ ਉਹਨਾਂ ਨੂੰ ਹਮੇਸ਼ਾ ਇਹ ਡਰ ਹੁੰਦਾ ਹਨਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਲਾਸ ਨਾ ਹੋ ਜੇ ਹਨਾ, ਜਾਂ ਕਿਤੇ ਨਾ ਕਿਤੇ ਆਪਾਂ ਨੂੰ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਆ ਕੇ ਆਪਾਂ ਨੂੰ ਕਵੇ ਵੀ ਚਲੋ ਠੀਕ ਆ ਹਨਾ, ਬਹੁਤ ਹੋ ਗਿਆ ਹਨਾ, ਬਹੁਤ ਟਾਈਮ ਹੋ ਗਿਆ ਤੁਹਾਨੂੰ ਇਸ ਨੌਕਰੀ ਤੇ। ਸਰਕਾਰੀ ਨੌਕਰੀ ਦਾ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਨੂੰ ਜਿਹੜਾ ਸਰਕਾਰੀ ਪੈਸਾ ਆਈ ਜਾਂਦਾ ਹਨਾ, ਆਪਾਂ ਖਾਈ ਜਾਂਦੇ ਆ। ਦੇਖੋ ਸਰਕਾਰੀ ਨੌਕਰੀ 'ਚ ਥੋੜੀ ਜਿਹੀ ਅਰਥ ਮੈਨੂੰ ਲੱਗਦਾ ਪੁੱਛ ਦੱਸ ਵੀ ਘੱਟ ਹੁੰਦੀ ਆ ਹਨਾ, ਵੀ ਕੋਈ ਵੀ ਹੋਵੇ। ਜਿਹੜੀ ਪ੍ਰਾਈਵੇਟ ਨੌਕਰੀ ਹੁੰਦੀ ਉਹ ਫਿਰ ਅਗਲਾ ਉੱਤੇ ਖੜ ਕੇ ਕੰਮ ਕਰਵਾਉਂਦਾ ਹੀ ਕਰਵਾਉਂਦਾ। ਤੇ ਉਹਦੇ ਵਿੱਚ ਭੈਣੇ ਇਹ ਵੀ ਹੁੰਦਾ ਨਾ ਵੀ ਇੱਕ ਬੰਦੇ ਕੋਲ ਜਿਹਦੇ ਕੋਲ ਟੈਲੈਂਟ ਆ, ਅੱਜ ਕੱਲ ਮੈਨੂੰ ਲੱਗਦਾ ਸਭ ਤੋਂ ਵੱਧ ਇਹ ਆ ਵੀ ਜਿਹੜੇ ਬੰਦੇ ਕੋਲ ਟੈਲੈਂਟ ਆ ਉਹ ਜਿਹੜਾ ਨੌਕਰੀ ਲੱਭਦਾ ਫਿਰਦਾ, ਜਿਹੜੇ ਬੰਦੇ ਕੋਲ ਟੈਲੈਂਟ ਹੈ ਨਹੀਂ ਉਹ ਨੌਕਰੀਆਂ ਤੇ ਚੜੇ ਹੋਏ ਆ ਹਨਾ। ਹੁਣ ਇੱਕ ਮੇਰਾ ਕਜ਼ਨ ਹੈ ਹਨਾ, ਜਿਵੇਂ ਆਪਾਂ ਹਰ ਇੱਕ ਬੰਦੇ ਨੂੰ ਇਹ ਹੁੰਦਾ ਵੀ ਮੈਂ ਨੌਕਰੀ ਕਰਾਂ ਹੀ ਕਰਾਂ ਹਨਾ, ਤਾਂ ਉਹਦਾ ਹਮੇਸ਼ਾ ਇਹੀ ਮੋਟਿਵ ਹੁੰਦਾ ਵੀ ਮੈਂ ਵੱਡੀ ਨੌਕਰੀ ਲੈਣੀ ਆ ਹਨਾ, ਵੱਡੀ ਮਿਲਦੀ ਨਹੀਂ, ਛੋਟੀ ਨੂੰ ਹੱਥ ਨਹੀਂ ਪਾਉਂਦਾ ਹਨਾ। ਕਈ ਵਾਰ ਨਾ ਆਪਾਂ ਐ ਸੋਚਦੇ ਵੀ ਜੇ ਸਾਨੂੰ ਸਰਕਾਰੀ ਨੌਕਰੀ ਮਿਲੂ ਤਾਂ ਅਸੀਂ ਫੇਰ ਹੀ ਲੱਗਣਾ ਹਨਾ, ਵੀ ਜ਼ਰੂਰੀ ਨਹੀਂ ਵੀ ਸਾਡੀ ਕਿਸਮਤ ਦੇ ਵਿੱਚ ਸਰਕਾਰੀ ਨਾ ਹੋਵੇ ਤੇ ਅਸੀਂ ਨਹੀਂ ਲੱਗ ਸਕਦੇ, ਤੇ ਅਸੀਂ ਪ੍ਰਾਈਵੇਟ ਵੀ ਕੋਈ ਕਰ ਸਕਦੇ ਹਾਂ ਹਨਾ। ਜੀ ਜਿਵੇਂ ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਸੀ ਨਾ ਵੀ ਇੱਕ ਬੰਦਾ ਜਿਹੜਾ ਸਟੈਪ ਬਾਈ ਸਟੈਪ ਚੱਲਦਾ ਹਨਾ, ਉਹਨੂੰ ਹਰ ਇੱਕ ਚੀਜ਼ ਦੀ ਨੌਲੇਜ ਵੀ ਆਉਂਦੀ ਆ, ਹਰ ਇੱਕ ਚੀਜ਼ ਬਾਰੇ ਸਿੱਖਦਾ ਵੀ ਆ, ਤੇ ਫਿਰ ਬੰਦੇ ਨੂੰ ਕਦਰ ਵੀ ਪਤਾ ਹੁੰਦੀ ਹੈ ਚੀਜ਼ ਦੀ ਹਨਾ, ਵੀ ਮੈਂ ਇੱਥੋਂ ਸਟਾਰਟ ਕੀਤਾ, ਇੱਥੋਂ ਤੱਕ ਪਹੁੰਚਣ ਵਾਸਤੇ ਮੇਰੀ ਕਿੰਨੀ ਮਿਹਨਤ ਲੱਗੀ ਆ, ਵੀ ਕਿੰਨਾ ਔਖਾ ਸੀ ਇੱਥੋਂ ਤੱਕ ਆਏ ਆ। ਹਾਂ ਵੀ ਕਿੰਨਾ ਔਖਾ ਇਹ ਸਫ਼ਰ ਰਿਹਾਗਾ, ਉਹ ਬੰਦੇ ਨੂੰ ਪਤਾ ਲੱਗ ਜਾਂਦਾ। ਪਰ ਜਿਹੜਾ ਇੱਕ ਬੰਦਾ ਇੱਥੋਂ ਸਿਰਫ ਇੱਥੇ ਛਾਲ ਮਾਰ ਕੇ ਜਾਂਦਾ, ਉਹ ਬੰਦੇ ਨੂੰ ਉਹ ਚੀਜ਼ ਦੀ ਕਦਰ ਨਹੀਂ ਪਤਾ ਹੁੰਦੀ, ਜਾਂ ਹੋਰ ਬੰਦਿਆਂ ਦੀ ਕਦਰ ਨਹੀਂ ਪਤਾ ਹੁੰਦੀ ਹਨਾ, ਵੀ ਉਹ ਬੰਦੇ ਨੇ ਨੌਕਰੀ ਕਿਵੇਂ ਲਈ ਆ। ਵੇਖੋ ਕਈ ਵਾਰ ਅਰਸ਼ ਅਸੀਂ ਪੜ੍ਹਾਈ 'ਚ ਵੀ ਬਹੁਤ ਜ਼ਿਆਦਾ ਹੁਸ਼ਿਆਰ ਹੁੰਦੇ ਤੇ ਪੜ੍ਹਦੇ ਵੀ ਬਹੁਤ ਜ਼ਿਆਦਾ ਹਨਾ, ਤੇ ਤੁਹਾਡੇ ਵਾਲੀ ਗੱਲ ਵੀ ਆਪਾਂ MA ਕਰ ਲੈਣੇ, BEd ਕਰ ਲੈਣੇ, BEd ਕਰ ਲੈਣੇ ਤੇ ਆਪਾਂ ਨੂੰ ਆਈ ਹੋ ਜਾਂਦਾ BEd ਕਰ ਲਈ ਤਾਂ ਅਸੀਂ ਬਸ ਮਾਸਟਰ ਹੀ ਬਣਨਾ ਹਨਾ, ਵੀ ਹੋਰ ਕੋਈ ਨੌਕਰੀ 'ਚ ਅਸੀਂ ਕਿਸੇ ਪਾਸੇ ਜਾਣਾ ਨਹੀਂ। ਵੀ ਹੋ ਸਕਦਾ ਸਾਡੇ ਉਹ ਕਰਮ 'ਚ BEd ਤਾਂ ਅਸੀਂ ਕਰ ਲਈ ਤੇ ਮਾਸਟਰੀ ਦੀ ਨੌਕਰੀ ਸਾਡੇ ਕਰਮਾਂ 'ਚ ਨਹੀਂ, ਤਾਂ ਅਸੀਂ ਹੋਰ ਵੀ ਕੋਈ ਕਰ ਸਕਦੇ ਹਾਂ ਹਨਾ, ਵੀ ਜ਼ਰੂਰੀ ਨਹੀਂ ਵੀ ਜੇ ਅਸੀਂ ਉਹ ਪੜ੍ਹਾਈ ਕੀਤੀ ਤਾਂ ਅਸੀਂ ਉੱਥੇ ਹੀ ਜਾਣਾਗਾ ਵੀ ਉਹੀ ਕਰਨਾ। ਤੁਹਾਡੇ ਵਾਲੀ ਗੱਲ ਵੀ ਅਸੀਂ ਜੇ ਮਿਹਨਤ ਕਰੀਏ ਤਾਂ ਹੋਰ ਪਾਸੇ ਵੀ ਕਰ ਸਕਦੇ ਹਾਂ। ਜੀ ਕਈ ਬੰਦਿਆਂ ਦੇ ਵਿੱਚ ਹੁੰਦਾ ਨਾ ਭੈਣੇ ਬਹੁਤ ਹੁਨਰ ਹੁੰਦਾ ਨਾ, ਤੇ ਕਹਿੰਦੇ ਆ ਵੀ ਕਦੇ ਵੀ ਹੁਨਰ ਦਾ ਹੰਕਾਰ ਨਾ ਕਰੋ, ਕਿਉਂਕਿ ਜਿਹੜਾ ਪੱਥਰ ਹੈ ਨਾ ਉਹ ਆਪਦੇ ਭਾਰ ਕਾਰਨ ਹੀ ਪਾਣੀ 'ਚ ਡੁੱਬ ਜਾਂਦਾ। ਤਾਂ ਉਦਾਂ ਹੀ ਹੈ ਵੀ ਹਰ ਬੰਦਾ ਹਰ ਕੰਮ 'ਚ ਪਰਫੈਕਟ ਨਹੀਂ ਹੋ ਸਕਦਾ। ਇਹ ਨਹੀਂ ਹੋ ਸਕਦਾ ਹੈਗਾ ਵੀ ਇੱਕ ਬੰਦੇ ਦੇ ਵਿੱਚ ਸਾਰੇ ਗੁਣ ਆ ਹਨਾ, ਜੇ ਉਹ ਬੰਦੇ ਦੇ ਵਿੱਚ ਗੁਣ ਹੈ ਵੀ ਤਾਂ ਇਹ ਨਹੀਂ ਹੋਣਾ ਚਾਹੀਦਾ ਵੀ ਉਹ ਬੰਦਾ ਹੰਕਾਰ ਕਰੇ ਉਸ ਚੀਜ਼ ਦਾ ਵੀ ਹਾਂ ਮੈਂ ਹੀ ਹਰ ਇੱਕ ਚੀਜ਼ 'ਚ ਪਰਫੈਕਟ ਆ। ਹੁਣ ਇੱਕ ਲੜਕਾ ਉਹਨੇ ਕੀ ਆ ਆਪਦੇ 3-4 ਕਾਰੋਬਾਰ ਤੋਰੇ ਹੋਏ ਆ, ਉਹਨਾਂ ਦੇ ਵਿੱਚੋਂ ਦੋਵਾਂ ਦੇ ਵਿੱਚੋਂ ਤਾਂ ਪੂਰਾ ਪਰਫੈਕਟ ਆ, ਮਤਲਬ ਪੂਰਾ ਵਧੀਆ ਚੱਲਦਾ ਹਨਾ। ਹੁਣ ਤੀਜੇ ਕਾਰੋਬਾਰ ਦੇ ਵਿੱਚ ਉਹਨੂੰ ਇੰਨਾ ਨਫਾ ਨਹੀਂ ਹੁੰਦਾ, ਉਸ ਦੇ ਪਿੱਛੇ ਉਹ ਉਦਾਸ ਰਹਿੰਦਾ ਵੀ ਮੇਰਾ ਤੀਜਾ ਕਾਰੋਬਾਰ ਨਹੀਂ ਚੱਲਿਆ ਹਨਾ। ਉਹ ਨਹੀਂ ਸੋਚਦੇ ਵੀ ਜਿਹੜੇ ਮੇਰੇ 2 ਚੱਲ ਰਹੇ ਉਹ ਤਾਂ ਬਹੁਤ ਵਧੀਆ ਹਨਾ, ਉਹਦੇ 'ਚ ਤਾਂ ਹੌਸਲਾ ਉਹਨੂੰ ਹੋਣਾ ਚਾਹੀਦਾ ਹੀ ਚਾਹੀਦਾ ਹਨਾ, ਵੀ ਆਪਣੀ ਜਿਹੜੀ ਚੀਜ਼ ਥੋੜੀ ਜਿਹੀ ਕਮੀ ਵਾਲੀ ਹੁੰਦੀ ਆਪਾਂ ਉਹਦੇ ਤੇ ਟੈਨਸ਼ਨ ਲੈ ਕੇ ਬਹਿ ਜਾਂਦੇ ਆ। ਹਾਂ ਵੀ ਮਤਲਬ ਹਰ ਬੰਦਾ ਹਰ ਕੰਮ 'ਚ ਪਰਫੈਕਟ ਨਹੀਂ ਹੋ ਸਕਦਾ ਹੈਗਾਗਾ। ਜੇ ਹੁਣ ਉਹਦੇ 2 ਕੰਮ ਵਧੀਆ ਚੱਲਦੇ, ਉਹ ਦੋਨਾਂ ਦੇ ਵਿੱਚੋਂ ਵੀ ਜ਼ਿਆਦਾ ਨਫਾ ਕਮਾ ਸਕਦਾ ਨਾ, ਉਹਨੂੰ ਕਿਵੇਂ ਅੱਗੇ ਵਧਾਉਣਾ ਉਹ ਉਹਦੀ ਸੋਚ ਹੋਣੀ ਚਾਹੀਦੀ ਹੈ। ਤੇ ਜੇ ਆਪਾਂ ਜਿੰਨੇ ਕਾਰੋਬਾਰ ਮੈਨੂੰ ਲੱਗਦਾ ਜ਼ਿਆਦਾ ਕਰਦੇ ਆ ਹਨਾ, ਉਨਾ ਹੀ ਆਪਣਾ ਧਿਆਨ ਹੈ ਜਿਹੜਾ ਜ਼ਿਆਦੇ ਪਾਸੇ ਚੱਲਦਾਗਾ ਹਨਾ, ਤੇ ਫਿਰ ਉਹ ਆਪਾਂ ਜਿਹੜਾ ਇੱਕ ਕੰਮ ਕਰੀ ਜਾਂਦੇ ਹੁੰਦੇ ਆ ਉਹ ਵੀ ਮੈਨੂੰ ਲੱਗਦਾ ਆਪਾਂ ਆਪਦਾ ਪਿੱਛੇ ਛੱਡ ਦਿੰਦੇ ਆ, ਦੂਜੇ ਦੇ ਪਿੱਛੇ ਭੱਜਦੇ ਆਪਣੇ ਉਹਦੇ 'ਚ ਵੀ ਫਿਰ ਧਿਆਨ ਜਿਹੜਾ ਹੁੰਦਾ ਅਰਸ਼ ਚੰਗੀ ਤਰ੍ਹਾਂ ਲੱਗਦਾ ਨਹੀਂ ਹਨਾ, ਆਪਾਂ ਨੂੰ ਉਹਦੀ ਕਾਹਲ ਫਿਰ ਦੂਜੇ ਦੀ ਵੀ ਹੁੰਦੀ ਵੀ ਅਸੀਂ ਉਧਰ ਵੀ ਇਹ ਕੰਮ ਕਰਨਾ ਹੀ ਕਰਨਾ। ਕਾਫੀ ਲੰਬੀ ਗੱਲਬਾਤ ਕੀਤੀ ਭੈਣੇ ਆਪਾਂ ਤਾਂ, ਹੁਣ ਮੈਨੂੰ ਲੱਗਦਾ ਵੀ ਆਪਾਂ ਨੂੰ ਦਰਸ਼ਕਾਂ ਤੋਂ ਇਜਾਜ਼ਤ ਲੈ ਲੈਣੀ ਚਾਹੀਦੀ ਹੈ। ਬਿਲਕੁਲ ਅਰਸ਼, ਵਾਅਦੇ ਅਨੁਸਾਰ ਫਿਰ ਮਿਲਦੇ ਆ ਨਵਾਂ ਪ੍ਰੋਗਰਾਮ ਲੈ ਕੇ, ਉਦੋਂ ਤੱਕ ਲਈ ਦੇਖਦੇ ਰਹੋ ਵਿਰਾਸਤ TV, ਸਾਡੀ ਵਿਰਾਸਤ ਸਾਡੀ ਪਹਿਚਾਣ।